ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 630 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਸੋਰਠ ਮਹੱਲਾ ਪੰਜਵਾਂ, 6th ਅੰਗ 630 ਸ਼ਬਦ 25th ਔਰ 89 99 ਔਰ 25ਵਾਂ ਲੜੀ ਦਾ ਮੋਤੀ ਹੈਗਾ। ਇਹ ਆਪਾਂ ਨੂੰ ਕਾਹਲੀ ਨਹੀਂ ਹੈਗੀ ਬਈ ਸ਼ਬਦ ਜਿਹੜੇ ਹੈਗੇ ਆ ਸਾਡੀ ਲੜੀ ਪੂਰੀ ਹੋਏਗੀ ਜਾਂ ਨਹੀਂ ਹੋਏਗੀ। ਆਪਾਂ ਨੇ ਤਾਂ ਗਿਆਨ ਲੈਣਾ ਭਾਈ, ਗੁਰੂ ਦੇ ਨਾਲ ਬੈਠੇ ਹਾਂ, ਗੁਰੂ ਦੀ ਬੋਲ, ਗੁਰੂ ਦੀ ਮੱਤ, ਗੁਰੂ ਜੋ ਦੇਣਾ ਚਾਹੁੰਦੇ ਆ ਬ੍ਰਹਮ ਗਿਆਨੀ, ਉਹ ਚੀਜ਼ ਆਪਾਂ ਨੇ ਫੜਨੀ ਹੈ ਔਰ ਫੜ ਕੇ ਵੀ ਜਿਹੜਾ ਹੈਗਾ ਉਹਨੂੰ ਆਪਣੇ ਜੀਵਨ ਦੇ ਉੱਤੇ ਘਟਾਉਣਾ ਹੈਗਾ, ਤਾਂ ਜਾ ਕੇ ਗੱਲ ਬਣਨੀ ਹੈ। ਖਾਲੀ ਗਿਆਨ ਲੈ ਕੇ ਜਿਹੜਾ ਗਿਆਨੀ ਥੋੜ੍ਹੇ ਨਾ ਬਣਨਾ ਹੈ ਆਪਾਂ ਨੇ। ਗਿਆਨੀ ਤਾਂ ਇੱਥੇ ਦੁਨੀਆ ਦੇ ਵਿੱਚ ਹੀ ਪ੍ਰਚਾਰ ਹੋਏਗਾ, ਗਿਆਨੀ ਦੁਨੀਆ ਦੇ ਵਿੱਚ ਹੀ ਸ਼ੋਭਾ ਹੋਏਗੀ। ਗਾਹਾਂ ਤਾਂ ਕੁਛ ਇਹਦੀ ਵੈਲਿਊ ਨਹੀਂ ਪੈਣੀ ਫਿਰ ਗਾਹਾਂ। ਸੋਰਠ ਮਹੱਲਾ ਪੰਜਵਾਂ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਪਾਈ ਹੈ। ਪਹਿਲੀ ਇੰਸਟਰਕਸ਼ਨ ਹੈਗੀ ਬਈ ਜੇ ਤੈਨੂੰ ਸੁੱਖ ਚਾਹੀਦੇ ਆ, ਸਾਰੇ ਸੁੱਖਾਂ ਦਾ ਦਾਤਾ ਸਤਿਗੁਰੂ ਹੈਗਾ। ਵਾਹਿਗੁਰੂ ਜੀ, ਤੁਹਾਡੀ ਆਵਾਜ਼ ਬਹੁਤ ਬ੍ਰੇਕ ਹੋ ਰਹੀ ਆ। ਓਕੇ, ਹਾਂਜੀ, ਸਹੀ ਨਹੀਂ ਆ ਰਹੀ। सर्व सुखा का दाता सतगुर ताकि सरणी पाइए। ਸਾਰੇ ਸੁੱਖਾਂ ਦਾ ਦਾਤਾ ਜਿਹੜਾ ਹੈਗਾ ਸਤਿਗੁਰੂ ਹੈ। ਸਾਰੇ ਸੁੱਖਾਂ ਦਾ ਦਾਤਾ, ਕਿਉਂਕਿ ਪਰਮੇਸ਼ਰ ਸਾਰੇ ਸੁੱਖਾਂ ਦਾ ਦਾਤਾ ਪਰਮੇਸ਼ਰ ਹੈ। ਸਾਰੇ ਸੁੱਖ ਪਰਮੇਸ਼ਰ ਨੇ ਬਣਾਏ, ਪਰਮੇਸ਼ਰ ਦੇ ਕੋਲ ਆਉਣੇ ਔਰ ਮਿਲਣੇ ਆ ਸਤਿਗੁਰੂ ਦੇ ਥਰੂ। ਮਾਲਕ ਨੇ ਦਾਤ ਵਰਤਾਉਣੀ ਹੈ ਸਤਿਗੁਰੂ ਦੇ ਥਰੂ। ਸਤਿਗੁਰੂ ਔਰ ਪਰਮੇਸ਼ਰ ਇੱਕੋ ਹੀ ਹੈਗੇ ਭਾਈ, ਇੱਕ ਮਿੱਕ ਹੈ ਇੱਕ ਦੂਸਰੇ ਦੇ ਅੰਦਰ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਪਾਈਏ। ਕਹਿੰਦੇ ਉਹਦੀ ਸ਼ਰਨ 'ਚ ਪੈ ਜੇ ਤੈਨੂੰ ਸੁੱਖ ਚਾਹੀਦੇ ਆ ਤਾਂ। ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਿਆ ਹਰ ਗਾਈਏ। ਦੁਨੀਆ ਦੇ ਵਿੱਚ ਦੋ ਚੀਜ਼ਾਂ ਹੈ, ਇੱਕ ਹੈ ਤਾਂ ਇੱਕੋ ਹੀ, ਸਿਰਫ ਇੱਕ ਪਰਮਾਤਮਾ ਹੈਗਾ, ਪਰ ਉਹਨੇ ਆਪਣੀ ਮਾਇਆ, ਆਪਣੀ ਤਾਕਤ ਦੇ ਨਾਲ, ਛਲ ਦੇ ਨਾਲ ਜਿਹੜਾ ਹੈਗਾ ਮਾਇਆ ਬਣਾਈ ਹੋਈ ਹੈ, ਜੋ ਆਕਾਰ ਜੋ ਦਿਸ ਰਿਹਾ ਆਪਾਂ ਨੂੰ। ਬਸ ਜੇ ਆਪਾਂ ਸਤਿਗੁਰੂ ਦੀ ਸਰਣੀ ਨਹੀਂ ਪਾਵਾਂਗੇ ਤੇ ਸਤਿਗੁਰੂ ਨੇ ਜਿਹੜਾ ਹੈਗਾ ਮਾਲਕ ਦੇ ਨਾਲ ਜੋੜ ਦੇਣਾ ਹੈ ਆਪਾਂ ਨੂੰ। ਤੇ ਫਿਰ ਆਪਾਂ ਜਿਹੜੇ ਹੈਗੇ, ਜੇ ਆਪਾਂ ਸਤਿਗੁਰੂ ਨਹੀਂ ਆਇਆ ਆਪਣੇ ਜੀਵਨ ਦੇ ਵਿੱਚ, ਗਿਆਨ ਨਹੀਂ ਆਇਆ, ਤੇ ਆਪਾਂ ਜਿਹੜੇ ਹੈਗੇ ਫਿਰ ਮਾਇਆ ਦੇ ਨਾਲ ਜੁੜਾਂਗੇ, ਜੋ ਮਾਲਕ ਨੇ ਟਰੈਪ ਪਾਇਆ, ਜੋ ਧੋਖਾ ਪਾਇਆ ਹੋਇਆ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਪਾਈਏ। ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਿਆ ਹਰ ਗਾਈਏ। ਕਹਿੰਦੇ ਸਤਿਗੁਰੂ ਦੇ ਦਰਸ਼ਨ ਭੇਟਣ ਦੇ ਨਾਲ ਆਨੰਦ ਤੇਰੇ ਅੰਦਰ ਪੈਦਾ ਹੋਣਾ ਚਾਹੀਦਾ ਹੈ, ਹੋਣਾ ਚਾਹੀਦਾ ਆਨੰਦ, ਤੈਨੂੰ ਖੁਸ਼ੀ ਆਉਣੀ ਚਾਹੀਦੀ ਹੈ ਔਰ ਤੇਰਾ ਦੁੱਖ ਜਾਊਗਾ ਜੇ ਤੂੰ ਸਤਿਗੁਰੂ ਦੀ ਗੱਲ ਜਿਹੜੀ ਹੈਗੀ ਆ ਮੰਨੇਗਾ, ਪਰਮਾਤਮਾ ਦੀ ਭਗਤੀ ਕਰੇਗਾ। ਹਰ ਗਾਈਏ, ਪਰਮਾਤਮਾ ਦੀ ਭਗਤੀ ਕਰੇਗਾ, ਮਾਇਆ ਦੀ ਭਗਤੀ ਛੱਡੇਗਾ ਔਰ ਮਾਇਆ ਤੈਨੂੰ ਜਿਹੜੀ ਹੈਗੀ ਆ ਉਹਦੀ ਕਮੀ ਨਹੀਂ ਰਹਿਣ ਦੇਗਾ ਉਹ ਮਾਲਕ ਪਰਮਾਤਮਾ, ਕਿਉਂਕਿ ਮਾਇਆ ਉਹਦੀ ਬਣਾਈ ਹੋਈ ਹੈ। ਸਰਬ ਸੁਖਾ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਪਾਈਏ। ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਿਆ ਹਰ ਗਾਈਏ। ਹਰ ਰਸ ਪੀਵੋ ਭਾਈ, ਹਰ ਰਸ ਪੀਵੋ ਭਾਈ। ਕਿਵੇਂ? ਇਹ ਭਰਾਵਾ, ਇਹ ਨਾਮ ਦਾ ਅੰਮ੍ਰਿਤ ਰਸ ਪੀ। ਸਭ ਤੋਂ ਜਿਹੜਾ ਹੈਗਾ ਐਸਾ ਰਸ ਜਿਹੜਾ ਤੈਨੂੰ ਅਮਰ ਕਰ ਦੇਗਾ, ਐਸਾ ਅੰਮ੍ਰਿਤ ਜਿਹੜਾ ਅਮਰ ਕਰ ਦੇਗਾ, ਐਸਾ ਰਸ ਜਿਹੜਾ ਸਾਰੇ ਰਸ ਜਿਹੜੇ ਹੈਗੇ ਤੇਰੇ ਫਿੱਕੇ ਕਰ ਦੇਗਾ। ਹਰ ਰਸ ਪੀਵੋ ਭਾਈ। ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਣਾਈ। ਕਹਿੰਦੇ ਪਰਮੇਸ਼ਰ ਦਾ ਨਾਮ ਜਪ,
ਨਾਮ ਨੂੰ ਆਰਾਧਨਾ ਕਰ। ਨਾਮ ਜਪਣਾ ਕੀ ਹੈ? ਨਾਮ ਆਰਾਧਨਾ ਕੀ ਹੈ? ਮਾਲਕ ਤੇਰੇ ਅੰਦਰ ਆ, ਮਾਲਕ ਦੀ ਨੇੜਤਾ ਪ੍ਰਾਪਤ ਕਰ, ਮਾਲਕ ਦਾ ਧਿਆਨ ਕਰ। ਨਾਮ ਜਪੋ ਦਾ ਮਤਲਬ ਆ ਵੀ ਕਹਿੰਦੇ ਨਾ ਵੀ ਫਲਾਨਾ ਤਾਂ ਭਾਈ ਉਹਦਾ ਹੀ ਨਾਮ ਜਪਦਾ ਰਹਿੰਦਾ ਹੈ, ਜਪਦੀ ਰਹਿੰਦੀ ਹੈ, ਮਤਲਬ ਉਹਦਾ ਹੀ ਧਿਆਨ ਆ। ਇਹ ਜਪਣਾ ਜਿਹੜਾ ਹੈਗਾ ਧਿਆਨ ਹੈਗਾ ਭਾਈ। ਫਿਰ ਬਾਰ-ਬਾਰ ਅਸੀਂ ਇਹ ਗੱਲ ਰਿਪੀਟ ਕਰਦੇ ਹਾਂ, ਇਹ ਜਪਣਾ ਜਿਹੜਾ ਹੈਗਾ ਧਿਆਨ ਹੈਗਾ। ਜੇ ਆਪਾਂ ਖਾਲੀ ਅੱਖਰ ਦੇ ਉੱਤੇ ਜਿਹੜਾ ਹੈਗਾ ਵਾਹਿਗੁਰੂ ਵਾਹਿਗੁਰੂ ਹਰੀ ਓਮ ਅੱਲਾਹ ਅੱਲਾਹ ਅੱਖਰ ਹੀ ਲੈ ਕੇ ਜਪਦੇ ਰਹਿ ਗਏ ਤੇ ਧਿਆਨ ਮਨ ਖੁੱਲ੍ਹਾ ਛੱਡਤਾ ਤੇ ਗੱਲ ਨਹੀਂ ਬਣਨੀ ਪਾਈ। ਨਾਮ ਜਪੋ ਨਾਮੋ ਆਰਾਧੋ। ਆਰਾਧਨਾ ਸਿਮਰਨਾ ਸਮਰਨ ਕਰਨਾ ਕਹਿੰਦੇ, ਆਰਾਧਨਾ ਕਹਿ ਦਿੰਦੇ ਆ। ਆਰਾਧਨਾ ਆਰਾਧਨਿਕਾ ਹਰ ਹਰ ਨਾਮ ਆਰਾਧਨਾ। ਨਾਮ ਜਪੋ ਨਾਮੋ ਆਰਾਧੋ ਗੁਰ ਪੂਰੇ ਕੀ ਸਰਣਾਈ। ਪੂਰੇ ਗੁਰੂ ਤੋਂ ਇੰਸਟਰਕਸ਼ਨ ਲੈ ਕੇ, ਪੂਰੇ ਗੁਰੂ ਦੀ ਸ਼ਰਨ ਦੇ ਵਿੱਚ, ਪੂਰੇ ਗੁਰੂ ਦੀ ਗਾਈਡੈਂਸ ਦੇ ਵਿੱਚ ਰਹਾਓ। ਤਿਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ। ਇਹ ਉਹਨੂੰ ਹੀ ਪ੍ਰਾਪਤ ਹੁੰਦਾ ਹੈ ਭਾਈ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ। ਹੁਣ ਤੁਰ ਲਿਖਿਆ ਵਾਲਾ ਗੱਲ ਜਿਹੜੀ ਹੈਗੀ, ਫਿਰ ਇੱਥੇ ਆਪਾਂ ਨੇ ਹਥਿਆਰ ਛੱਡ ਦੇਣੇ। ਫਿਰ ਬੰਦਾ ਜਿਹੜਾ ਹੈਗਾ ਨਰਵਸ ਹੋ ਜਾਂਦਾ ਹੈ, ਬਈ ਤੁਰੋਂ ਜਿਹੜਾ ਹੈਗਾ ਲਿਖਿਆ, ਹੁਣ ਮੈਂ ਤਾਂ ਲਿਖਿਆ ਨਹੀਂ ਤੁਰੋਂ ਜਿਹੜਾ ਹੈਗਾ। ਤੁਰੋਂ ਮੇਰੇ ਤਾਂ ਮਾਲਕ ਨੇ ਲਿਖਣਾ ਸੀ। ਤੁਰੋਂ ਮਾਲਕ ਤੁਰੋਂ ਪਿਛਲੇ ਜਿਹੜੇ ਕਰਮ ਹੈ ਨਹੀਂ ਗੇ ਮੇਰੇ। ਤੁਰੋਂ ਵੀ ਆਪਾਂ ਨੇ ਲਿਖਣਾ ਆ ਪਹਿਲਾਂ, ਤੇ ਹੁਣ ਵੀ ਆਪਾਂ ਲਿਖ ਸਕਦੇ ਹਾਂ ਭਾਈ। ਹੁਣ ਵੀ ਆਪਾਂ ਲਿਖ ਸਕਦੇ ਹਾਂ। ਆਪਾਂ ਨਹੀਂ ਲਿਖਣਾ ਆ, ਆਪਾਂ ਨਹੀਂ ਮਾਲਕ ਨੂੰ ਬੇਨਤੀ ਕਰਨੀ ਹੈ ਵੀ ਮੈਂ ਤੇਰੇ ਕੋਲ ਆਉਣਾ ਚਾਹੁੰਦਾ, ਮੈਂ ਤੈਨੂੰ ਮਿਲਣਾ ਚਾਹੁੰਦਾ। ਬਸ ਆਹ ਲਿਖਿਆ ਗਿਆ, ਆਹ ਮਾਲਕ ਨੂੰ ਅਸ਼ੋਰਟੀ ਚਾਹੀਦੀ, ਆਹੀ ਲਿਖਣਾ ਹੈਗਾ। ਜੇ ਪਹਿਲਾਂ ਆਪਾਂ ਨੇ ਜਿਹੜੀ ਹੈਗੀ ਇਹ ਰਸਤੇ 'ਤੇ ਆਹ ਚੀਜ਼ ਪਹਿਲਾਂ ਕਮਿਟਮੈਂਟ ਕਰ ਲਈ ਹੈ ਮਾਲਕ ਨੇ, ਉਹ ਤੁਰੋਂ ਲਿਖਿਆ ਹੋ ਜਾਂਦਾ। ਮਾਲਕ ਲਿਖ ਦਿੰਦਾ ਵੀ ਆਹ ਜਿਹੜਾ ਬੱਚਾ ਹੈਗਾ ਇਹਦੀ ਡਿਮਾਂਡ ਆਹ ਹੈਗੀ ਆ। ਬਸ ਆਹੀ ਮਾਲਕ ਨੇ ਜਿਹੜਾ ਹੈਗਾ ਲਿਖਣਾ ਹੈਗਾ ਵੀ ਆਹ ਜਿਹੜਾ ਹੈਗਾ ਮੇਰੇ ਕੋਲ ਆਉਣਾ ਚਾਹੁੰਦਾ ਹੈ, ਇਹਨੂੰ ਆਹ ਚੀਜ਼ ਦੇਣੀ ਹੈ ਆਪਾਂ ਨੇ, ਇਹਦੀ ਖੁਰਾਕ ਆਹ ਹੈਗੀ ਆ। ਜਿਵੇਂ ਕੋਈ ਡਾਕਟਰ ਜਾਂ ਜਿਹੜੀ ਹੈਗੀ ਆ ਉਹ ਜਿਹੜੇ ਹੈਗੇ ਆ ਡਾਇਟੀਸ਼ੀਅਨ ਜਿਹੜੇ ਹੈਗੇ, ਉਹ ਖੁਰਾਕ ਜਿਹੜੇ ਨਿਰਧਾਰਿਤ ਕਰ ਦਿੰਦੇ ਵੀ ਆਹ ਪੇਸ਼ੈਂਟ ਨੂੰ ਕਿਹੜੀ ਚੀਜ਼ ਚਾਹੀਦੀ ਆ। ਆਹ ਤੁਰੋਂ ਲਿਖਣਾ ਹੈਗਾ ਭਾਈ ਆਪਣੀ ਡਿਮਾਂਡ ਦੇ ਉੱਤੇ। ਆਹੀ ਆਪਣੀ ਡਿਮਾਂਡ ਆ, ਇਹੀ ਲਿਖਿਆ ਹੋਇਆ ਹੈ, ਇਹੀ ਲਿਖਿਆ ਹੈ। ਹੁਣ ਕਰ ਲਈਏ ਡਿਮਾਂਡ, ਹੋ ਗਿਆ ਤੁਰੋਂ ਲਿਖਿਆ ਹੋ ਗਿਆ। ਇੱਥੇ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਹੈ ਨਾ, ਬਿਲਕੁਲ ਇੱਥੇ ਇੱਕਦਮ ਜਿਹੜੇ ਹੈਗੇ ਆਪਾਂ ਇਹਨੂੰ ਸੋਚਦੇ ਹਾਂ ਵੀ ਤੁਰੋਂ ਜਿਹੜਾ ਮਾਲਕ ਪਰਮਾਤਮਾ ਨੇ ਲਿਖਣਾ ਹੈ। ਮਾਲਕ ਨੇ ਲਿਖਣਾ ਹੁੰਦਾ ਤੇ ਫਿਰ ਜਿਹੜਾ ਹੈਗਾ ਫਿਰ ਤਾਂ ਆਪਾਂ ਨੂੰ ਲੇਖਾ ਜੋਖਾ ਕਾਹਦਾ ਹੈ। ਫਿਰ ਤਾਂ ਮਾਲਕ ਦੀ ਮਰਜ਼ੀ ਹੈ ਭਾਈ। ਫਿਰ ਤਾਂ ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ। ਫਿਰ ਜਿਹੜਾ ਹੈਗਾ ਮਾਲਕ ਜਦ ਲਿਖੂਗਾ ਤੇ ਉਦੋਂ ਭਗਤੀ ਕਰ ਲਾਂਗੇ। ਹਾਲੇ ਤਾਂ ਨਹੀਂ ਲਿਖਿਆ ਹੋਇਆ, ਹਾਲੇ ਤਾਂ ਆਹ ਲਿਖੇ ਹੋਏ ਦੁਨੀਆ ਦੇ ਪਦਾਰਥ। ਤਿਸੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ। ਬਸ ਆਹ ਚੀਜ਼ ਹੈਗੀ, ਸ਼ਿਫਟਿੰਗ ਹੈਗੀ ਭਾਈ। ਸ਼ਿਫਟ ਕਰਨਾ ਹੈ ਮਾਲਕ ਨੂੰ, ਜਿਹੜੀ ਹੈਗੀ ਆ ਡਿਮਾਂਡ ਕਰਨੀ ਆ ਆਪਾਂ ਨੇ। ਹੁਣ ਕਰ ਲਈਏ ਡਿਮਾਂਡ, ਲਿਖਿਆ ਜਾਏਗਾ। ਤਿਸੈ ਪ੍ਰਾਪਤ ਜਿਸ ਆਪੇ ਪੱਟੀ ਕਲਮ ਆਪ ਲਿਖ ਪੀਤੋ। ਬਿਲਕੁਲ। ਤਿਸੈ ਪ੍ਰਾਪਤ ਜਿਸ ਤੁਰੇ ਲਿਖਿਆ ਸੋਈ ਪੂਰਨ ਭਾਈ। ਉਹੀ ਪੂਰਨ ਹੋ ਜਾਏਗਾ ਭਾਈ ਸਹੀ, ਕਿਉਂਕਿ ਉਹਦੀ ਸਹੀ ਡਿਮਾਂਡ ਆ ਗਈ। ਬਾਕੀ ਜਿਹੜੇ ਹੈਗੇ ਉਹ ਤਾਂ ਬਾਕੀ ਤਾਂ ਜਿਹੜੇ ਫੋਕ ਦੇ ਉੱਤੇ ਡਿੱਗ ਰਹੇ। ਬਾਕੀ ਜਿਹੜੀ ਚੀਜ਼ ਹੈ ਹੀ ਨਹੀਂ ਆ, ਮਾਇਆ ਜਿਹੜੀ ਫੈਬਰੀਕੇਟਡ ਹੈ, ਜਿਹੜੀ ਬਣਾਈ ਹੋਈ ਆ, ਜਿਹੜੀ ਝੂਠ ਹੈਗੀ ਆ। ਸੱਚ ਹੁੰਦਾ ਜਿਹੜਾ ਹਮੇਸ਼ਾ ਰਹੇ, ਝੂਠ ਹੈਗਾ ਜਿਹੜਾ ਬਣਾਇਆ ਹੋਇਆ, ਜਿਹੜਾ ਹੁਣ ਹੈਗਾ ਕੱਲ੍ਹ ਨੂੰ ਨਹੀਂ ਹੈਗਾ, ਉਹਨੂੰ ਝੂਠ ਕਹਿ ਦਿੰਦੇ ਆ। ਇਹ ਬਹੁਤ ਜਿਹੜਾ ਹੈ ਨਾ, ਇਹ ਪੁਆਇੰਟ ਬਹੁਤ ਸੰਗਤ ਜੀ ਬਹੁਤ ਨੋਟ ਕਰਨ ਵਾਲਾ ਪੁਆਇੰਟ ਹੈਗਾ। ਆਪਾਂ ਜਿਹੜੇ ਇਸ ਚੀਜ਼ ਨੂੰ ਬਿਲਕੁਲ ਇਸ ਚੀਜ਼ ਨੂੰ ਆਪ ਰੱਖਣਾ ਹੈ, ਇਸ ਨੂੰ ਔਰ ਇਹਨੂੰ ਵਰਤਾਉਣਾ ਹੈ। ਜਿਸੇ ਪ੍ਰਾਪਤ
ਤਿਸੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ। ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ। ਆ ਲਓ ਦੇਖ ਲਓ ਕੀ ਬੇਨਤੀ ਕਰ ਰਹੇ ਮਹਾਰਾਜ। ਆ ਤੁਰ ਲਿਖਣਾ ਹੈਗਾ ਭਾਈ, ਆ ਲਿਖਣਾ ਹੈ। ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ। ਮਾਲਕਾ ਮੇਰੀ ਤਾਂ ਡਿਮਾਂਡ ਹੈਗੀ ਆ, ਮੈਨੂੰ ਤਾਂ ਚੀਜ਼ ਚਾਹੀਦੀ ਆ। ਨਾਨਕ ਦੇਖ ਲਓ ਅਗਲੀ ਲਾਈਨ ਦੇ ਵਿੱਚ ਮਹਾਰਾਜ ਨੇ ਦੱਸਤਾ ਵੀ ਤੁਰ ਲਿਖਣਾ ਕੀ ਚੀਜ਼ ਹੈਗਾ। ਤਿਸੈ ਪ੍ਰਾਪਤ ਜਿਸ ਤੁਰ ਲਿਖਿਆ, ਦੇਖੋ ਪ੍ਰੌੜਤਾ ਹੋ ਰਹੀ ਹੈ ਬਿਲਕੁਲ, ਬਾਣੀ ਜਿਹੜੀ ਸਰਟੀਫਾਈ ਕਰ ਰਹੀ ਹੈ। ਤਿਸੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ। ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ। ਕਿਹਨੂੰ ਬੇਨਤੀ ਆ? ਪ੍ਰਭ ਜੀ, ਮਾਲਕ ਨੂੰ ਰਿਕੁਐਸਟ ਆ, ਬੇਨਤੀ ਆ ਜੀ। ਨਾਨਕ ਕੱਕੇ ਨੂੰ ਔਂਕੜ ਹੈ, ਨਾਨਕ ਦੀ ਕੀ ਦੇ ਨਾਲ ਔਂਕੜ ਚਲੀ ਗਈ। ਪੰਜਵੀਂ ਪਾਤਸ਼ਾਹ ਕਹਿ ਰਹੀ ਹੈ ਮੇਰੀ ਬੇਨਤੀ ਹੈ ਮਾਲਕਾ, ਮੈਂ ਤੇਰੇ ਨਾਮ ਦੇ ਵਿੱਚ ਲਿਵ ਲਗਾ ਕੇ ਰਹਾਂ। ਆਪਣੇ ਵਾਸਤੇ ਮਹਾਰਾਜ ਜਿਹੜੇ ਆਪਾਂ ਨੂੰ ਜਾਚ ਸਿਖਾ ਰਹੇ ਆ, ਆਪਣੇ ਵਾਸਤੇ ਆਪਣੇ ਤੇ ਘਟਾ ਰਹੇ ਆ। ਇਹ ਨਾਮ ਰਹਾ ਲਿਵ ਲਾਈ ਜਿਹੜੀ ਹੈਗੀ ਆ, ਇਹਦੇ ਵਾਸਤੇ ਜਿਹੜਾ ਹੈਗਾ ਹੁਣ ਆਪਾਂ ਇਹ ਅਗਲਾ ਸ਼ਬਦ ਵੀ ਲਈਏ। ਸੋਠ ਮਹਲਾ ਪੰਜਵਾਂ। ਕਰਨ ਕਰਾਵਨ ਹਰ ਅੰਤਰ ਜਾਮੀ ਜਾਨੇ ਆਪਣੇ ਕੀ ਰਾਖੈ। ਕਹਿੰਦੇ ਉਹ ਅੰਤਰ ਜਾਮੀ ਆ, ਅੰਦਰ ਆ, ਤੇਰੇ ਜਾਮੇ ਦੇ ਅੰਦਰ ਆ, ਤੇਰੇ ਅੰਦਰ ਆ, ਤੇਰੇ ਅੰਦਰ ਮਿਲਣਾ ਹੈ ਮਾਲਕ ਪਰਮਾਤਮਾ ਨੇ। ਉਹ ਜਿਹੜਾ ਬਾਹਰ ਹਰ ਜਗ੍ਹਾ ਤੇ ਦੁਨੀਆ ਦੇ ਵਿੱਚ ਪੂਰੀ ਤੇ ਹਰੇਕ ਜਗ੍ਹਾ ਤੇ ਅਵੇਲੇਬਲ ਆ, ਪੂਰਨ ਤੌਰ ਤੇ ਰਮਿਆ ਹੋਇਆ ਹੈ, ਉਹ ਤੇਰੇ ਅੰਦਰ ਵੀ ਹੈਗਾ। ਉਹ ਰਸਤਾ ਤੇਰੇ ਅੰਦਰ ਹੈ, ਅੰਦਰ ਜਾਣਾ ਪਊਗਾ। ਉਹ ਕਰਨ ਕਰਾਵਨ ਹਰ ਅੰਤਰ ਜਾਮੀ। ਉਹਨੇ ਸ੍ਰਿਸ਼ਟੀ ਬਣਾਈ ਆ, ਤੈਨੂੰ ਵੀ ਬਣਾਇਆ ਆ, ਔਰ ਖੇਡ ਜਿਹੜੀ ਪਾਈ ਹੋਈ ਆ ਉਹਨੂੰ ਬੁੱਝਣ ਦੀ, ਉਹਨੂੰ ਲੱਭਣ ਦੀ, ਔਰ ਉਹ ਅੰਦਰ ਹੀ ਛੁਪਿਆ ਹੋਇਆ ਹੈ। ਇਹ ਵੀ ਦੱਸਤਾ ਬਾਣੀ ਨੇ ਵੀ ਅੰਦਰ ਹੀ ਹੈਗਾ, ਅੰਦਰ ਹੀ ਮਿਲਣਾ ਹੈ ਉਹਨੇ। ਕਰਨ ਕਰਾਵਨ ਹਰ ਅੰਤਰ ਜਾਮੀ ਜਾਨੇ ਆਪਣੇ ਕੀ ਰਾਖੈ। ਆਪਣੇ ਜਨ ਦੀ ਰੱਖਦਾ ਹੈ ਮਾਲਕ ਪਰਮਾਤਮਾ, ਆਪਣੇ ਜਨ ਦੀ ਰੱਖਦਾ ਹੈ ਉਹ। ਜੈ ਜੈਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸ ਚਾਖੈ। ਕਿਹੜੇ ਜਨ ਦੀ? ਆ ਜਨ ਦੀ ਜਿਹੜਾ ਸ਼ਬਦ ਗੁਰੂ ਰਸ ਚਾਖੈ, ਐਸ ਜਨ ਦੀ। ਉਹਦੀ ਜੈ ਜੈਕਾਰ ਪਰਮਾਤਮਾ ਜਗ ਦੇ ਅੰਦਰ ਕਰਵਾ ਦਿੰਦਾ ਹੈ। ਚਾਰੋਂ ਪਾਸੇ ਜਿਹੜੀ ਉਹਦੀ ਜੈ ਜੈਕਾਰ ਹੋਣ ਲੱਗ ਜਾਂਦੀ ਹੈ ਜਗ ਦੇ ਅੰਦਰ। ਕਰਨ ਕਰਾਵਨ ਹਰੇ ਅੰਤਰ ਜਾਮੀ ਜਾਨੇ ਆਪਣੇ ਕੀ ਰਾਖੇ। ਆਪਣੇ ਜਨ ਦੀ ਇਸ ਤਰ੍ਹਾਂ ਰੱਖਦਾ ਹੈ। ਕਿਹੜੇ ਜਨ ਦੀ? ਸ਼ਬਦ ਗੁਰੂ ਰਸ ਚਾਖੇ। ਸ਼ਬਦ ਗੁਰੂ ਰਸ ਚਾਖਾ, ਜਿਹੜਾ ਸ਼ਬਦ ਦਾ ਰਸ, ਅੰਮ੍ਰਿਤ ਦਾ ਰਸ ਚੱਖਦਾ ਹੈ, ਸ਼ਬਦ ਦਾ ਰਸ ਚੱਖਦਾ ਹੈ। ਸ਼ਬਦ ਗੁਰੂ ਰਸ ਚਾਖਾ, ਜਿਹੜਾ ਸ਼ਬਦ ਦੇ ਪਿੱਛੇ ਜਾਂਦਾ ਹੈ। ਪ੍ਰਭ ਜੀ ਤੇਰੀ ਓਟ ਗੁਸਾਈ। ਹੇ ਮੇਰੇ ਮਾਲਕਾ, ਮੈਂ ਤਾਂ ਤੇਰੀ ਓਟ ਆ, ਤੇਰਾ ਆਸਰਾ ਹੈ ਮੈਨੂੰ। ਤੂੰ ਸਮਰਥ ਸਰਣ ਕਾ ਦਾਤਾ, ਆਠ ਪਹਿਰ ਤੁਮ ਧਿਆਈ ਰਹਾਓ। ਤੂੰ ਸਮਰਥ ਹੈਗਾ ਔਰ ਸ਼ਰਨ ਦਾ ਦਾਤਾ ਹੈ। ਜਿਹੜਾ ਸ਼ਰਨ ਚਾਹੁੰਦਾ ਹੈ ਉਹਨੂੰ ਦਾਤਾ ਦਿੰਦਾ ਹੈ ਤੂੰ। ਮੈਂ 8 ਪਹਿਰ ਮਾਲਕਾ ਮੇਰੇ ਉੱਤੇ ਕਿਰਪਾ ਕਰ, ਮੈਂ 8 ਪਹਿਰ ਤੇਰੇ ਧਿਆਨ ਦੇ ਵਿੱਚ ਰਵਾਂ। ਰਹਾਓ ਆ ਭਜਨ ਹੈਗਾ ਭਾਈ, ਆ ਧਿਆਨ, ਆ ਭਗਤੀ ਹੈਗੀ। ਜੋ ਜਨ ਭਜਨ ਕਰੇ ਪ੍ਰਭ ਤੇਰਾ ਰਹਾਓ। ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਾਹੀਂ। ਜਿਹੜਾ ਵੀ ਇਸ ਤਰ੍ਹਾਂ ਭਜਨ ਕਰਦਾ ਹੈ ਉਹਨੂੰ ਕੋਈ ਅੰਦੇਸਾ ਨਹੀਂ ਹੈ, ਮਾਇਆ ਉਹਨੂੰ ਪੋ ਵੀ ਨਹੀਂ ਸਕਦੀ। ਇਹ ਅੰਦੇਸਾ ਕੀ ਹੈਗਾ? ਆਹੀ ਧੋਖਾ, ਟਰੈਪ। ਜੋ ਜਨ ਭਜਨ ਕਰੇ ਵਿਚਾਰ, ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਅੰਦੇਸਾ ਨਾਹੀਂ। ਸਤਿਗੁਰ ਚਰਨ ਲਗੇ ਭਾਉ ਮਿਟਿਆ, ਹਰ ਗੁਣ ਗਾਏ ਮਨ ਮਾਹੀ। ਸਤਿਗੁਰੂ ਦੇ ਚਰਨਾਂ ਦੇ ਨਾਲ ਲੱਗਣ ਦੇ ਨਾਲ ਭਾਉ ਮਿਟ ਗਿਆ। ਇਹ ਭਾਉ ਹਰ ਗੁਣ ਗਾਏ ਮਨ ਮਾਹੀ। ਮਨ ਦੇ ਵਿੱਚ ਜਿਹੜੇ ਹੈਗੇ ਗੁਣ ਗਾਉਣੇ। ਇਹ ਕਿਹੋ ਜਿਹਾ ਭਜਨ ਹੈਗਾ ਭਾਈ ਜਿਹਦੇ ਨਾਲ ਅੰਦੇਸਾ ਚਲੇ ਜਾਂਦਾ ਹੈ, 8 ਪਹਿਰ ਧਿਆਨ ਹੋ ਜਾਂਦਾ ਹੈ, ਸ਼ਬਦ ਗੁਰੂ ਰਸ ਮਿਲ ਜਾਂਦਾ ਹੈ।
ਸੁਖ ਸਹਿਜ ਆਨੰਦ ਕਨੇਰੇ ਸਤਿਗੁਰੇ ਦਿਆ ਦਿਲਾਸਾ। ਗੁਰੂ ਨੇ ਦਿਲਾਸਾ ਦੇ ਦਿੱਤਾ ਭਾਈ, ਸਹਿਜ ਅਵਸਥਾ ਹੋਣੀ ਚਾਹੀਦੀ ਆ, ਖੁਸ਼ੀ ਹੋਣੀ ਚਾਹੀਦੀ ਆ, ਸੁਖੀ ਹੋਣਾ ਚਾਹੀਦਾ, ਕਨੇਰੇ ਆਨੰਦ ਹੋਣੇ ਚਾਹੀਦੇ ਤੇਰੇ ਅੰਦਰ। ਜਿਣ ਘਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ। ਔਰ ਜਿੱਤ ਕੇ ਆਏਗਾ ਕੇਮ ਨੂੰ, ਹਾਰ ਕੇ ਨਹੀਂ ਆਏਗਾ, ਜਿੱਤ ਕੇ ਆਏਗਾ ਔਰ शोभा होएगी। प्रकृति शोभा करेगी, प्रकृति की कैद चो निकल के आएगा। जिन कर आए शोभा सेती पूर्ण होई आशा, आस पूरी हो जाएगी। पूरा गुर पूरी मत जाकी, पूर्ण प्रभ के कामा। कहता ये तो पूरा गुरु है भाई, पूरी मत हैगी जिहड़ा जितदा है। ये परमात्मा दे काम है। पूरा गुरु परमात्मा ने दुनिया च भेजिया होया। पूरी मत हैगी दुनिया दे विच। आ पूरी मत आ, आ जो आप लै रहे हैं ये पूरी मत लै रहे हैं, पूरे गुरु की मत आ। गुरचरणी लाग तरियो पव सागर, जपे नानक हर हर नामा। गुरु के चरणों के लाल लग के जिहड़ा हैगा इस संसार समुंदर तरिया जा सकता है। जप के परमेश्वर का नाम, परमेश्वर का ध्यान, परमेश्वर का स्मरण, परमेश्वर का स्मरण करके ये संसार समुंदर जिहड़ा हैगा गुरु के चरणों के नाल लग के तरिया जा सकता है। गुरु तो ज्ञान लैके, गुरु तो सेध लैके, जो गुरु कह रहे हो कार्रवाई करके वही चरण है गुरु दे, और ये संसार समुंदर तरिया जा सकता है। हुण जिहड़ा हैगा अगला शब्द सोठ महला पंजवा, भयो किरपाल दीन दुख पंजन, आपे सब विद थाटी। कहते हो दीना दे दुख दूर करने वाला, दीना दा वो मालक परमात्मा किरपाल हो गया। उन्हें आपे ही सारी जिहड़ी हैगी विधि जिहड़ी हैगी बना दिती। थाटी थाट बना दिता, विधि बना दिती। खिन में राख लियो जने अपना, गुरपुर है बेड़ी काटी। कहते खिंची अपना जन रख लिया। पूरे गुरु ने जिहड़ी है माया की बेड़ी जिहड़ी हैगी घट दिती। किवें मेरे मन गुरु गोबिंद सद त्याई है। बस इस तरह आया एक्शन। मन ने त्याना है, ध्यान च जाना है उस गुरु नूं, उस मालक परमात्मा नूं। सगल कलेश मिटे इस तन ते, मन चिंदिया फल पाइए। सारे कलेश मिट जाणगे भाई। ये शरीर मिलिया है, मनुखी जीवन मिली है, ये विच सारे कलेश मिट जाणगे। सगल कलेश मिटे इस तन ते, मन चिंदिया फल पाइए। मन दे विच जो भी मन चिंदिया फल या मालक परमात्मा के दर्शन हो जाएंगे, अमृत मिल जाएगा, अमर हो जाएगा। रहाओ, तेरी कोई डिमांड ही नहीं रह जाएगी भाई। जी जंत जाके सब कीने, प्रभ ऊंचा आगम अपारा। जी जंत सारे दे सारे उस मालक परमात्मा दे बनाए हुए हैं, और वो मालक परमात्मा सब तो उच्चा हैगा, और अगम हैगा, और अपार हैगा। ਉਹਦਾ पारावार नहीं पाया जा सकता। साध संगे नानक नाम ਧਿਆਇਆ, मुख उजल पए दरबारा। गुरु की संगत के द्वारा, साध संगत के द्वारा, साधु की संगत के द्वारा नाम नूं ਧਿਆਉਣਾ ਕੀਤਾ ਤਾਂ मुख उजल हो गए। उस मालक परमात्मा के दरबार च दरबार भी मिल गया। ये किस तरह हो गई जिहड़ी हैगी आ, ये आपां ने जिहड़ा हैगा कल परसों ही जिहड़ा हैगा कबीर जी का एक शब्द लिया सी, परसों लिया सी शायद, वो शब्द जिहड़ा हैगा आपां फिर लै रहे हैं। वो हैगा अगम दुर्गम गढ़ रचियो बास, 1162 अंग दे उत्ते 1162। ये पूरा शब्द लवांगे आप, और फिर वापस आवांगे उस जगह ते। 1162 पैरो कबीर जियो अष्टपदी कर दूजा एक ओंकार सतगुर प्रसाद। आगम दुर्गम गढ़ रचियो बास।
ਜਾਮੈ ਜੋਤ ਕਰੇ ਪ੍ਰਗਾਸ। ਇਹ ਧਿਆਨ ਸਿਮਰਨ ਕੀ ਹੈਗਾ? ਇਹ ਧਿਆਨ ਕੀ ਹੈਗਾ? ਇਹ ਧਿਆਨ ਹੈਗਾ ਭਾਈ ਆਪਣੇ ਅੰਦਰ ਜਿਹੜਾ ਹੈਗਾ ਇੱਕ ਆਪਣੇ ਆਪ ਨੂੰ ਐਸੀ ਜਗ੍ਹਾ 'ਤੇ ਵਾਸਾ ਕਰਨਾ ਹੈ। ਮਨ ਨੇ ਅਗਮ ਨਹੀਂ ਗਮਿਆ ਜਾ ਸਕਦਾ, ਮਾਇਆ ਜਿਹਨੂੰ ਨਹੀਂ ਟੱਚ ਕਰ ਸਕੇ। ਜੋ ਮਾਇਆ ਪਾਈ ਹੈ ਮਾਲਕ ਨੇ, ਇਹ ਸੰਸਾਰ ਪਾਇਆ, ਆਕਾਰ ਪਾਇਆ, ਜੋ ਵੀ ਇਹਦੇ ਵਿਚਾਰ ਜਿਹੜੇ ਹੈਗੇ ਉਸ ਜਗ੍ਹਾ 'ਤੇ ਨਹੀਂ ਪਹੁੰਚ ਸਕਣ। ਮਾਇਆ ਦੀ ਪਹੁੰਚ ਤੋਂ ਪਰੇ, ਵਿਚਾਰਾਂ ਤੋਂ ਪਰੇ, ਦੁਰਗਮ, ਬਹੁਤ ਔਖੀ ਘਾਟੀ, ਮਾਇਆ ਨਹੀਂ ਪਹੁੰਚ ਸਕੇ। ਗੜ੍ਹ ਰਚਿਓ ਵਾਸ, ਉਸ ਗੜ੍ਹ ਦੇ ਵਿੱਚ ਵਾਸਾ ਕਰ ਲਿਆ। ਇਹੀ ਕਬੀਰ ਜੀ ਕਹਿੰਦੇ ਆ, ਸੁਨ ਗੁਫਾ ਮੈਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਲਪਨਾ ਨਾ ਪਹੁੰਚ ਸਕੇ, ਵਿਵਰਜਿਤ ਆ, ਮਾਇਆ ਨੂੰ ਅਲਾਉਡ ਨਹੀਂ ਆ, ਮਾਇਆ ਨੇ ਨਾਟ ਅਲਾਉਡ, ਵਿਚਾਰ ਨਾਟ ਅਲਾਉਡ। ਪੰਜਵੀਂ ਪਾਤਸ਼ਾਹੀ ਕਹਿੰਦੇ ਆ, ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਅਗਮ ਦੁਰਗਮ ਗੜ੍ਹ ਰਚਿਓ ਵਾਸ। ਉਹ ਟਿਕਾਣਾ ਬਣਾ ਲਿਆ। ਰਚਿਓ, ਮਾਲਕ ਨੇ ਬਣਾਇਆ ਹੋਇਆ ਹੈ ਉਹ ਟਿਕਾਣਾ। ਮਾਲਕ ਨੇ ਐਸੀ ਜਗ੍ਹਾ ਬਣਾਈ ਹੋਈ ਹੈ ਜਿੱਥੇ ਆਪਾਂ ਪਹੁੰਚੀਏ ਔਰ ਉੱਥੇ ਜਿਹੜਾ ਹੈਗਾ ਮਾਇਆ ਨਾ ਪਹੁੰਚ ਸਕੇ। ਅਗਮ ਦੁਰਗਮ ਗੜ੍ਹ ਰਚਿਓ ਵਾਸ, ਜਾਮੈ ਜੋਤ ਕਰੇ ਪ੍ਰਗਾਸ। ਜਿਹਦੇ ਅੰਦਰ ਜੋਤ ਪ੍ਰਕਾਸ਼ ਕਰਨਾ ਹੈ, ਮਾਲਕ ਨੇ ਆਤਮ ਪ੍ਰਕਾਸ਼ ਕਰਨਾ ਹੈ, ਆਪਣੇ ਆਪ ਦਾ ਪ੍ਰਕਾਸ਼ ਕਰਨਾ ਹੈ, ਮਾਲਕ ਨੇ ਪ੍ਰਗਟ ਹੋਣਾ ਹੈ, ਉਹ ਉਸ ਜਗ੍ਹਾ 'ਤੇ ਪ੍ਰਗਟ ਹੋਣਾ ਹੈ ਮਾਲਕ ਨੇ। ਅਗਮ ਦੁਰਗਮ ਗੜ੍ਹ ਰਚਿਓ ਵਾਸ। ਬਿਜਲੀ ਚਮਕੈ ਹੋਏ ਆਨੰਦ, ਜਿਹ ਪੌੜੇ ਪ੍ਰਭਾਲ ਗੋਬਿੰਦ। ਜਿਹੜਾ ਉਸ ਜਗ੍ਹਾ 'ਤੇ ਬੈਠਦਾ ਹੈ, ਸੁਨ ਗੁਫਾ 'ਚ ਆਸਣ ਬੈਸਣ ਕਰਦਾ ਆ, ਉਹਦੇ ਅੰਦਰ ਜਿਹੜਾ ਹੈਗਾ ਜਿਵੇਂ ਬਿਜਲੀ ਦੀ ਲਿਸ਼ਕਾਰ ਪੈਂਦੀ ਆ, ਇਸ ਤਰੀਕੇ ਦੇ ਨਾਲ ਉਹਦੇ ਅੰਦਰ ਆਨੰਦ ਦੀ ਝਨਤਕਾਰ ਪੈਂਦੀ ਹੈ। ਇਹ ਜਿਹੜੇ ਹੈਗੇ ਜਿਹੜਾ ਸ਼ਬਦ ਚੱਲ ਰਿਹਾ, ਅਨਹਦ ਸ਼ਬਦ ਚੱਲ ਰਹੇ ਆ, ਇਹਨਾਂ ਦੇ ਨਾਲ ਜਿਹੜੇ ਹੈਗੇ ਉਹਦੇ ਅੰਦਰ ਖੁਸ਼ੀ ਦੀਆਂ ਲਹਿਰਾਂ ਉੱਠਦੀਆਂ। ਬਿਜਲੀ ਚਮਕੇ ਹੋਏ ਆਨੰਦ, ਜੇ ਪੌੜੇ ਪ੍ਰਭਾਲ ਗੋਬਿੰਦ। ਕਹਿੰਦੇ ਆ ਸਮਝ ਲਾ ਪਿਆਰਿਆ ਕਿ ਮਾਲਕ ਪਰਮਾਤਮਾ ਦੇ ਚਰਨ ਆ ਗਏ। ਜੇ ਪੌੜੇ ਪ੍ਰਭ ਬਾਲ ਗੋਬਿੰਦ। ਪੌੜੇ ਮਤਲਬ ਪੌੜੀ, ਪੌੜੇ ਮਤਲਬ ਰੱਖਤਾ ਪੈਰ। ਅਗਮ ਦੁਰਗਮ ਗੜ੍ਹ ਰਚਿਓ ਵਾਸ, ਜਾਮੈ ਜੋਤ ਕਰੇ ਪ੍ਰਗਾਸ। ਬਿਜਲੀ ਚਮਕੇ ਹੋਏ ਆਨੰਦ, ਜੇ ਪੌੜੇ ਪ੍ਰਭ ਬਾਲ ਗੋਬਿੰਦ। ਇਹ ਜਿਉ ਰਾਮ ਨਾਮ ਲਿਵ ਲਾਗੈ। ਆਇਆ ਭਾਈ ਜਿਉ, ਇਹ ਜਿਉ ਨੇ ਜਿਹੜਾ ਹੈਗਾ, ਜਿਉ ਮਨ, ਇਹਨੇ ਰਾਮ ਨਾਮ ਦੇ ਨਾਲ ਲਿਵ ਲਾਉਣੀ ਹੈ। ਇਹ ਜਿਉ ਰਾਮ ਨਾਮ ਲਿਵ ਲਾਗੈ, ਜਰਾ ਮਰਨ ਛੂਟੇ ਭ੍ਰਮ ਭਾਗੈ। ਕਹਿੰਦੇ ਜਰਾ ਤੇ ਮਰਨ, ਜਨਮ ਮਰਨ ਦਾ ਗੇੜਾ, ਤੇ ਜਰਾ ਬੁਢੇਪਾ, ਛੁੱਟ ਜਾਂਦੀ ਹੈ। ਭਰਮ ਭਾਗੈ, ਭਰਮ ਜਿਹੜਾ ਹੈਗਾ, ਮਾਇਆ ਜਿਹੜੀ ਹੈਗੀ ਪਰੇ ਹੋ ਜਾਂਦੀ ਹੈ। ਰਹਾਓ ਅਵਰਨ ਵਰਨ ਸਿਉ ਮਨ ਹੀ ਪ੍ਰਤੀਤ। ਪਰ ਜਿਹੜੇ ਹੈਗੇ ਜਿਨ੍ਹਾਂ ਦਾ ਜਿਹੜਾ ਹੈਗਾ ਸਿਰਫ ਅਵਰਨ ਔਰ ਵਰਨ, ਇਹਦੇ ਨਾਲ ਹੀ ਮਨ ਨੂੰ ਪ੍ਰਤੀਤ ਆ ਬਈ ਚੰਗਾ ਆ ਮੰਦਾ ਹੈਗਾ, ਆ ਉੱਚਾ ਹੈ ਨੀਵਾਂ ਹੈਗਾ, ਆ ਅਮੀਰ ਹੈ ਗਰੀਬ ਹੈਗਾ, ਬਸ ਆ ਉੱਚੀ ਜਾਤ ਦਾ ਨੀਵੀਂ ਜਾਤ ਦਾ ਹੈ, ਬਸ ਇਸੇ ਦੇ ਨਾਲ ਮਨ ਦੇ ਵਿੱਚ ਪ੍ਰਤੀਤ ਹੈਗੀ। ਹਉਮੈ ਗਾਵਨ ਗਾਵੇਂ ਗੀਤ, ਉਹ ਤਾਂ ਹਉਮੈ ਦੇ ਗੀਤ ਗਾ ਰਹੇ ਭਾਈ, ਹਉਮੈ ਦੇ ਵਿੱਚ ਹੀ ਫਸੇ ਪਏ ਆ। ਨਵੇਂ ਆਏ ਸੱਜਣ ਜਿਹੜੇ ਹੈਗੇ ਉਹਨਾਂ ਦੇ ਵਾਸਤੇ ਦੱਸ ਦਈਏ, ਅਸੀਂ ਭੈਰੋ ਲੈ ਕਬੀਰ ਜੀ ਦੀ ਬਾਣੀ ਲੈ ਰਹੇ ਹਾਂ। ਅਗਮ ਦੁਰਗਮ ਗੜ੍ਹ ਰਚਿਓ ਵਾਸ, ਜਿਹੜਾ ਅਸੀਂ 2 ਦਿਨ ਪਹਿਲੋਂ ਲਿਆ ਸੀਗਾ, ਦੁਬਾਰਾ ਲੈ ਰਹੇ ਹਾਂ ਉਸਨੂੰ 1162 ਅੰਗ ਦੇ ਉੱਤੇ। ਔਰ ਦੂਸਰਾ ਬੰਦ ਲੈ ਰਹੇ ਹਾਂ ਆਪਾਂ।
अवर्ण वर्ण स्यों मन ही प्रतीत, हਉਮੈ ਗਾਵਨ ਗਾਵੇਂ ਗੀਤ। ਅਨਹਦ ਸ਼ਬਦ ਹੋਤ ਚੁਨਕਾਰ, ਪਰ ਜਿਹੜਾ ਉਸ ਗੜ ਦੇ ਵਿੱਚ ਬੈਠਾ ਆ, ਅਗਮ ਦੁਰਗਮ ਗੜ ਰਚਿਓ ਵਾਸ, ਜਿਹਨੇ ਉੱਥੇ ਵਾਸਾ ਕਰ ਲਿਆ, ਉਹਦੇ ਅੰਦਰ ਅਨਹਦ ਸ਼ਬਦ ਹੋਤ ਚੁਨਕਾਰ। ਜਿਉਂ-ਜਿਉਂ ਧਿਆਨ ਕਰਦਾ ਹੈ, ਜਿਉਂ-ਜਿਉਂ ਜਿਹੜੇ ਅਨਹਦ ਸ਼ਬਦ ਚੱਲਦੇ ਉਹਦੇ ਅੰਦਰ, ਉਹਨਾਂ ਦੇ ਅੰਦਰ ਖੁਸ਼ੀ ਦੇ ਝਰਨਾਟਾਂ ਫਿਰਦੀਆਂ ਉਹਦੇ ਅੰਦਰ। ਅਨਹਦ ਸ਼ਬਦ ਹੋਤ ਚੁਨਖਾਰ, ਜੇ ਪੌੜੇ ਪ੍ਰਭ ਸ੍ਰੀ ਗੋਪਾਲ। ਕਹਿੰਦੇ ਉਹ ਸ੍ਰੀ ਗੋਪਾਲ, ਸਾਰੀ ਦੁਨੀਆ ਨੂੰ ਬਣਾਉਣ ਵਾਲਾ, ਪਾਲਣ ਵਾਲਾ ਮਾਲਕ ਪਰਮਾਤਮਾ, ਉਹਦੇ ਚਰਨ ਆ ਗਏ ਪਾਏ। ਪੌੜੇ, ਪੌੜੀ ਮਤਲਬ ਪੌੜੀ ਤੋਂ ਪੌੜੇ ਬਣ ਗਿਆ, ਪੈਰ ਰੱਖਤਾ। ਪ੍ਰਭ ਸ੍ਰੀ ਗੋਪਾਲ। ਖੰਡਲ ਮੰਡਲ ਮੰਡਲ ਮੰਡਾ, ਉਹ ਖੰਡਾਂ ਨੂੰ, ਇਹ ਸਾਰੇ ਪਲੈਨਟ, ਸਾਰੇ ਖੰਡ, ਜਿਵੇਂ ਧਰਤੀ ਹੈ, ਧਰਤੀ 9 ਖੰਡ ਪ੍ਰਿਥਵੀ ਹੈ। ਮੰਡਲ, ਇਹ ਮੰਡਲ ਜਿਹੜੇ ਹੈਗੇ ਸਿਸਟਮ, ਸੋਲਾਰ ਸਿਸਟਮ। ਮੰਡਲ ਮੰਡਾ, ਮੰਡਲਾਂ ਨੂੰ ਬਣਾਉਣ ਵਾਲਾ, ਮੰਡਣ ਵਾਲਾ, ਬਣਾਉਣ ਵਾਲਾ। ਤ੍ਰਿਆ ਸਥਾਨ, ਧਰਤ ਪਤਾਲ ਆਕਾਸ਼, 3 ਇਹ ਮਾਇਆ ਬਣਾਏ, ਜੋ ਆਕਾਰ ਬਣਾਇਆ ਹੈ। ਤ੍ਰਿਆ ਸਥਾਨ, ਧਰਤੀ ਹੈ, ਪਤਾਲ ਹੈ ਅਤੇ ਆਕਾਸ਼ ਹੈ। ਧਰਤੀ ਹੈ, ਪਾਣੀ ਹੈ ਅਤੇ ਆਕਾਸ਼ ਹੈ, ਖਾਲੀ ਜਗ੍ਹਾ ਹੈਗੀ, ਇਸ ਤੋਂ ਇਲਾਵਾ ਤਾਂ ਕੁਛ ਨਹੀਂ ਹੈਗਾ। ਤ੍ਰਿਆ ਸਥਾਨ, 3 ਤ੍ਰੈ ਖੰਡਾ, ਔਰ 3 ਗੁਣੀ ਮਾਇਆ ਬਣਾਈ ਹੋਈ ਹੈ, ਤਮੋ ਰਜੋ ਸਤੋ, ਔਰ 3 ਗੁਣੀ ਮਾਇਆ ਨੂੰ ਖੰਡਨ ਕਰਨ ਵਾਲਾ ਵੀ ਹੈਗਾ। ਉਹ ਮਾਲਕ ਪਰਮਾਤਮਾ, ਉਹੀ ਖੰਡਨ ਕਰਦਾ, ਉਸੇ ਨੇ ਬਣਾਈ ਆ, ਉਸੇ ਨੇ ਹਟਾਉਣੀ ਆ। ਮਾਲਕ ਦੀ ਤਾਕਤ ਦੇ ਨਾਲ ਮਾਇਆ ਬਣੀ ਆ, ਆਪਣੀ ਤਾਕਤ ਦੇ ਨਾਲ ਮਾਇਆ ਹਟ ਜਾਏਗੀ? ਇਜ਼ ਇਟ ਪੋਸੀਬਲ? ਖੰਡਲ ਮੰਡਲ ਮੰਡਲ ਮੰਡਾ, ਜਿਹੜਾ ਖੰਡ ਬ੍ਰਹਿਮੰਡ ਬਣਾਉਣ ਵਾਲਾ ਮਾਲਕ ਪਰਮਾਤਮਾ ਹੈ। ਤ੍ਰਿਆ ਸਥਾਨ, ਧਰਤ ਪਤਾਲ ਆਕਾਸ਼ ਬਣਾਉਣ ਵਾਲਾ ਮਾਲਕ ਪਰਮਾਤਮਾ ਹੈ। 3 ਗੁਣੀ ਮਾਇਆ ਵਿੱਚ ਪੈਦਾ ਕਰਨ ਵਾਲਾ ਮਾਲਕ ਪਰਮਾਤਮਾ ਹੈਗਾ। ਤ੍ਰੈ ਖੰਡਾ, ਇਹਨੂੰ ਖੰਡਣ ਵਾਲਾ ਵੀ ਹੈਗਾ, ਖੰਡ ਕਰਨ ਵਾਲਾ ਵੀ ਹੈਗਾ। ਅਗਮ ਅਗੋਚਰ ਰਿਹਾ ਅਭਿਅੰਤ, ਉਹ ਅਗਮ ਹੈ ਮਾਲਕ ਪਰਮਾਤਮਾ, ਅਗੋਚਰ ਹੈਗਾ, ਨਹੀਂ ਦਿਸਦਾ, ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ, ਦਿਮਾਗ ਤੋਂ ਪਰੇ ਹੈਗਾ। ਰਹਿਆ ਅਭਿਅੰਤਰ, ਅੰਤ ਉਸ ਹਿਰਦੇ ਦੇ ਅੰਦਰ ਆ ਗਿਆ ਭਾਈ, ਪਹਿਲਾਂ ਹੀ ਸੀਗਾ, ਪ੍ਰਗਟ ਹੋ ਗਿਆ। ਪਾਰ ਨਾ ਪਾਵੇ ਕੋ ਧਰਣੀ ਧਰਮੰਤ, ਕਹਿੰਦੇ ਕੋਈ ਇਨਸਾਨ, ਮਾਲਕ ਪਰਮਾਤਮਾ, ਧਰਣੀ ਦਾ ਜਿਹੜਾ ਧਰਤੀ ਬਣਾਉਣ ਵਾਲਾ ਹੈ, ਧਰਤੀ ਨੂੰ ਹੋਲਡ ਕਰਨ ਵਾਲਾ ਹੈ ਜਿਹੜਾ ਮਾਲਕ ਪਰਮਾਤਮਾ, ਉਹਦੇ ਅੰਦਰ ਕੀ ਹੈ, ਉਹਦੇ ਮਨ 'ਚ ਕੀ ਹੈਗਾ, ਕੋਈ ਨਹੀਂ ਪਾ ਸਕਦਾ। ਇਹ ਖੇਡ ਕਿਵੇਂ ਬਣਾਈ ਹੈ, ਕੀ ਹੈ ਖੇਡ, ਕਿਉਂ ਹੋ ਜਾਂਦਾ ਹੈ, ਕਿਸ ਤਰ੍ਹਾਂ ਹੋ ਜਾਂਦਾ ਹੈ, ਕਿਵੇਂ ਮਾਇਆ ਦੂਰ ਹੋ ਜਾਂਦੀ ਹੈ, ਇਹਦਾ ਕੋਈ ਪਾਰ ਨਹੀਂ ਪਾ ਸਕਦਾ ਭਾਈ। ਇਸ ਤਰ੍ਹਾਂ ਹੈਗਾ ਮਾਲਕ ਪਰਮਾਤਮਾ। ਕਦਲੀ ਪੋਹਪ ਧੂਪ ਪ੍ਰਗਾਸ, ਕੇਲਾ ਕਹਿੰਦੇ, ਕੇਲੇ ਦਾ ਫੁੱਲ ਜਿਹੜੇ ਹੈਗੇ ਉਹਦੇ ਅੰਦਰ ਜਿਸ ਤਰ੍ਹਾਂ ਧੂਪ ਕਹਿੰਦੇ, ਉਹਦੇ ਅੰਦਰ ਖੁਸ਼ਬੂ ਦਾ ਪ੍ਰਗਾਸ ਹੁੰਦਾ, ਖੁਸ਼ਬੂ ਆਉਂਦੀ ਹੈ ਉਹਦੇ ਵਿੱਚੋਂ। ਰਜ ਪੰਕਜ ਮੈਂ ਲਿਓ ਨਿਵਾਸ, ਜਿਵੇਂ ਕਮਲ ਦੇ ਫੁੱਲ ਦੇ ਵਿੱਚੋਂ ਵੀ ਖੁਸ਼ਬੂ ਆਉਂਦੀ ਹੈ, ਰਜ ਹੁੰਦੀ ਹੈ ਉਹਦੇ ਅੰਦਰ। ਕਮਲ ਦੇ ਫੁੱਲ ਦੇ ਵਿੱਚ, ਪੰਕਜ ਦੇ ਵਿੱਚ ਕਿਸ ਤਰ੍ਹਾਂ, ਉਸ ਤਰ੍ਹਾਂ ਹੈ ਮਾਲਕ ਪਰਮਾਤਮਾ। ਇਹ ਕਿਹੜੀ ਦਿਸਦੀ ਹੈ ਖੁਸ਼ਬੂ, ਕਿਹੜੀ ਦਿਸਦੀ ਹੈ? ਇਸ ਤਰ੍ਹਾਂ ਮਾਲਕ ਪਰਮਾਤਮਾ ਹੈਗਾ ਭਾਈ, ਇਸ ਤਰ੍ਹਾਂ ਪ੍ਰਗਟ ਹੋ ਜਾਂਦਾ ਹੈ ਅਭਿਆਸੀ ਦੇ ਹਿਰਦੇ ਦੇ ਵਿੱਚ। ਦੁਆਦਸ ਦਲ ਅਭਿਅੰਤਰ ਮੰਤ, 12 10 ਤੇ 2 12 ਪੰਖੜੀਆਂ ਵਾਲਾ ਕਮਲ ਦਲ, ਅਭਿਅੰਤਰ ਮੰਤ, ਹਿਰਦੇ ਦੇ ਅੰਦਰ। ਇਸ ਮੰਤਰ ਦੇ ਦੁਆਰਾ ਜਿਹੜਾ ਹੈਗਾ ਆ ਜਾਂਦਾ ਹੈ ਭਾਈ। ਜਹ ਪੌੜੇ ਸ੍ਰੀ ਕਮਲਾ ਕੰਤ, ਜਿੱਥੇ ਉਹ ਮਾਲਕ ਪਰਮਾਤਮਾ ਕਮਲਾ ਦਾ ਪਤੀ ਜਿਹੜਾ ਹੈਗਾ ਪੈਰ ਰੱਖ ਦਿੰਦਾ ਹੈ, ਉਹਦੇ ਅੰਦਰ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ ਜਲ ਨਿਕਲ ਜਾਂਦਾ ਹੈ ਔਰ ਅੰਮ੍ਰਿਤ ਆ ਜਾਂਦਾ ਹੈ ਉਹਦੇ ਅੰਦਰ। ਅਰਧ ਉਰਧ ਮੁਖ ਲਾਗੋ ਕਾਸ, ਅਰਧ ਉਰਧ
ਮੁੱਖ ਲਾਗੋ ਕਾਸ। ਅਰਧ ਹੈਗਾ ਜਿਹੜੀ ਆ ਜੋ ਦਿਸ ਰਹੀ ਹੈ ਧਰਤੀ, ਔਰ ਉਰਧ ਹੈਗਾ ਆਕਾਸ਼, ਸਪੇਸ। ਇੱਕ ਮੈਟਰ ਹੈਗਾ, ਇੱਕ ਸਪੇਸ ਹੈ। ਇਹਦੇ ਵਿੱਚ ਮਾਇਆ ਹੈਗੀ ਸਾਰੀ ਦੀ ਸਾਰੀ, ਇਹ ਸਾਰੀ ਮਾਇਆ ਹੈਗੀ ਆ। ਅਰਧ ਉਰਧ ਮੁੱਖ ਲਾਗੋ ਕਾਸ। ਇੱਥੇ ਆਪਾਂ ਕਾਸ਼ ਤੇ ਆਕਾਸ਼ ਕੀਤੇ ਸੀ ਪਹਿਲਾਂ, ਨਹੀਂ ਭਾਈ ਨਹੀਂ। ਕਾਸ ਦਾ ਮਤਲਬ ਆ ਕਿਉਂ। ਕਾਸ਼ ਦਾ ਮਤਲਬ ਹੈ ਕਿਉਂ। ਅਰਧ ਉਰਧ ਮੁੱਖ ਲਾਗੋ ਕਾਸ। ਇਹ ਮੈਂ ਜਿਹੜਾ ਹੈਗਾ, ਕਿਉਂਕਿ ਇਹ ਮੇਰੇ ਜਿਹੜਾ ਹੈਗਾ ਦਿਮਾਗ ਦੇ ਵਿੱਚ ਘੁੰਮ ਰਿਹਾ ਸੀਗਾ ਇਹ, ਅਤੇ ਕਾਸ ਵਰਡ ਜਿਹੜਾ ਹੈਗਾ ਇਹ ਮੈਨੂੰ ਨਹੀਂ ਖੁੱਲ੍ਹ ਰਿਹਾ ਸੀਗਾ। ਫਿਰ ਜਿਹੜਾ ਹੈਗਾ ਮੈਂ ਡਿਕਸ਼ਨਰੀ ਵੀ ਦੇਖੀ, ਉਹਦੇ ਵਿੱਚ ਵੀ ਕਾਸ ਦਾ ਮਤਲਬ ਕਿਉਂ ਆਇਆ, ਔਰ ਉਹਨਾਂ ਨੇ ਇੱਕ ਸ਼ਬਦ ਦਿੱਤਾ ਸੀਗਾ, ਉਹ ਸ਼ਬਦ ਮੈਂ ਲਿਆ ਅਤੇ ਉੱਥੋਂ ਇਹ ਖੁੱਲ੍ਹ ਗਿਆ। ਪਹਿਲਾਂ ਹੀ ਉਹਨਾਂ ਨੇ ਕਿਉਂ ਵਰਡ ਲਿਆ ਹੈ, ਕਾਸ ਦਾ ਮਤਲਬ ਕਿਉਂ। ਉਹ ਸ਼ਬਦ ਸੀਗਾ ਇਸ ਮਨ ਮਾਇਆ ਮੋਹ ਵਿਨਾਸ਼, ਤੁਰ ਹੁਕਮ ਲਿਖਿਆ ਤਾਂ ਕਹੀਏ ਕਾਸ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਮਨ ਜਿਹੜਾ ਹੈਗਾ ਵਿਨਾਸ਼ ਹੋ ਜਾਂਦਾ ਹੈ। ਇਹ ਮਨੁੱਖੀ ਜੂਨ ਜਿਹੜੀ ਹੈ ਮਿਲੀ ਹੈ, ਮਨੁੱਖੀ ਇਹ ਜਿਹੜੀ ਚਾਂਸ ਆਇਆ, ਬਾਰੀ ਮਿਲੀ ਹੈ, ਇਹਨੂੰ ਗਵਾ ਲੈਂਦਾ ਹੈ। ਤੁਰੇ ਹੁਕਮ ਲਿਖਿਆ ਤਾਂ ਕਹੀਏ ਕਾਸ। ਕਹਿੰਦੇ ਉਹਦੀ ਡਿਮਾਂਡ ਹੀ ਇਸ ਤਰ੍ਹਾਂ ਦੀ ਹੈ, ਕੀ ਕਰ ਸਕਦੇ ਹਾਂ ਆਪਾਂ। ਤੁਰ ਤੋਂ ਜਿਹੜਾ ਹੈਗਾ ਆਹੀ ਡਿਮਾਂਡ ਕਰਕੇ ਆਇਆ, ਹੁਣ ਵੀ ਇਹੀ ਡਿਮਾਂਡ ਹੈ ਉਹਦੀ। ਕਹੀਏ ਕਾਸ ਤਾਂ ਕਹੀਏ ਕਾਸ। ਕਿਹਨੂੰ ਕੰਪਲੇਂਟ ਕਰੀਏ ਫਿਰ, ਜਦੋਂ ਚਾਹੁੰਦਾ ਹੀ ਨਹੀਂ ਹੈਗਾ, ਜਦੋਂ ਚਾਹੁੰਦਾ ਹੀ ਇਸ ਤਰ੍ਹਾਂ ਮਰਨਾ ਹੈਗਾ ਮਾਇਆ ਦੇ ਹੱਥੋਂ, ਇਹ ਵਾਰੀ ਗਵਾਉਣਾ ਹੀ ਚਾਹੁੰਦਾ ਹੈ, ਤੇ ਫਿਰ ਕੰਪਲੇਂਟ ਕਿਹਨੂੰ ਕਰੀਏ ਭਾਈ। ਇੱਥੋਂ ਜਿਹੜਾ ਹੈਗਾ ਇਹ ਕਾਸ ਵਰਡ ਖੋਲ੍ਹਿਆ। ਜੇ ਸਾਧ ਸੰਗਤ ਦੀ ਇਜਾਜ਼ਤ ਹੋਏ ਤਾਂ ਅਸੀਂ ਜਿਹੜਾ ਹੈਗਾ ਉਹ ਵੀ ਸ਼ਬਦ ਲੈ ਸਕਦੇ ਹਾਂ। ਜਿਹੜਾ ਹੈਗਾ ਇਹ ਜਿੱਥੋਂ ਮੈਂ ਕਹਿ ਰਿਹਾ ਹਾਂ, ਇਹ ਜਿੱਥੋਂ ਇਹਦੀ ਅਸੀਂ ਲਈ ਹੈ, ਇਹ ਪ੍ਰਭਾਤੀ ਰਾਗ ਦੇ ਵਿੱਚ 1344 ਅੰਗ ਦੇ ਉੱਤੇ ਹੈਗਾ, 1313 44 45। ਆਖਣਾ ਸੁਣਨਾ ਨਾਮ ਆਧਾਰ, ਧੰਦਾ ਛੁਟਕ ਗਿਆ ਬੇਕਾਰ। ਇਹ ਇਸ ਤਰ੍ਹਾਂ ਦਾ ਹੈਗਾ ਭਾਈ। ਜੇ ਉਹ ਲੈਣਾ ਤੇ ਉਹ ਲੈ ਸਕਦੇ ਹਾਂ ਆਪਾਂ, ਨਹੀਂ ਤਾਂ ਫਿਰ ਆਪਾਂ ਜਿਹੜੇ ਹੈਗੇ ਰੈਫਰੈਂਸ ਲੈ ਲਿਆ ਆਪਾਂ ਨੇ, ਤੇ ਆਪਾਂ ਅੱਗੇ ਚੱਲਦੇ ਹਾਂ। ਸਾਧ ਸੰਗਤ ਜੀ, ਜਿਸ ਤਰ੍ਹਾਂ ਅੰਗ ਕਿੰਨਾ ਵੀ ਜੀ, ਅੰਗ ਇਹ ਸ਼ਬਦ ਜਿਹੜਾ ਦੂਸਰਾ ਮੈਂ ਕਹਿ ਰਿਹਾ ਹਾਂ, ਹਾਂਜੀ ਹਾਂਜੀ, ਉਹ 1344 ਹੈਗਾ ਜੀ, 1344। ਹਾਂਜੀ, ਮਤਲਬ ਭਾਜੀ ਕਹਿਣ ਦਾ ਮਤਲਬ ਕਿ ਜੇ ਪ੍ਰਾਣੀ ਦੀ ਇੱਛਾ ਹੀ ਮਾਇਆ ਦੇ ਵਿੱਚ ਆ, ਹਾਂ, ਪਰਮਾਤਮਾ ਕੀ ਕਰ ਸਕਦਾ ਹੈ। ਕਿਉਂ ਕੰਪਲੇਂਟ, ਕਿਉਂ ਫਿਰ ਕਾਹਦੀ ਕੰਪਲੇਂਟ ਹੈ ਭਾਈ। ਹਾਂ ਬਿਲਕੁਲ, ਹਾਂ, ਮਤਲਬ ਕਹਿਣ ਦਾ ਮਤਲਬ ਕਿ ਸਾਨੂੰ ਮਾਇਆ ਦੇ ਪ੍ਰਭਾਵ 'ਚ ਹੀ ਜੀਂਦੇ ਆ। ਹਾਂ, ਤਾਂ ਪਰਮਾਤਮਾ, ਜੇ ਪਰਮਾਤਮਾ ਦੀ ਡਿਮਾਂਡ ਹੀ ਨਹੀਂ ਅੰਦਰ ਮਨ ਦੇ ਵਿੱਚ, ਹਾਂ, ਤਾਂ ਪਰਮਾਤਮਾ ਕੀ ਕਰ ਸਕਦਾ। ਬਿਲਕੁਲ, ਕਹਿਣ ਦਾ ਮਤਲਬ ਸਾਡੇ ਵਰਗੇ ਬੰਦੇ ਇਹ ਮਾਇਆ 'ਚ ਹੀ ਖੁਸ਼ ਆ, ਉਹਦੀ ਸ਼ਕਤੀ 'ਚ ਹੀ ਖੁਸ਼ ਆ। ਤੇ ਹੁਣ ਤਾਂ ਫਿਰ ਲਕਸ਼ਮੀ ਦਾ ਫਿਰ ਹੁਣ ਜਿਹੜਾ ਹੈ ਨਾ ਭਾਈ, ਇਸ ਤਰ੍ਹਾਂ ਕਰਦੇ ਹਾਂ ਆਪਾਂ, ਉਹ ਸ਼ਬਦ ਲਈਏ ਹੁਣ ਕਿਉਂਕਿ ਤੁਹਾਡੀ ਜਿਹੜੀ ਹੈਗੀ ਨਾ, ਜਿਹੜੀ ਇਹ ਵੀ ਚੀਜ਼ ਜਿਹੜੀ ਹੈਗੀ ਮਹਾਰਾਜ ਦੀ, ਹੁਣ ਇਹ ਜਿਹੜਾ ਹੈਗਾ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਇਹ ਚੀਜ਼ ਦੱਸੀ ਹੈ ਬਈ ਫਿਰ ਕੰਪਲੇਂਟ ਕਿਉਂ ਕਰ ਰਿਹਾ ਤੂੰ। ਅਸੀਂ ਵਾਪਸ ਆਵਾਂਗੇ ਇਸੇ ਜਗ੍ਹਾ 'ਤੇ ਜੀ। ਪ੍ਰਭਾਤੀ ਮਹੱਲਾ ਪਹਿਲਾ 1344 1345 ਅੰਗ ਦੇ ਉੱਤੇ ਪਹਿਲੀ ਪਾਤਸ਼ਾਹੀ ਦੀ ਬਾਣੀ ਹੈ। ਆਖਣਾ ਸੁਣਨਾ ਨਾਮ ਆਧਾਰ। ਕਹਿੰਦੇ ਆਖਣਾ ਤੇ ਸੁਣਨਾ ਕੀ ਹੈਗਾ ਭਾਈ, ਨਾਮ ਦਾ ਆਧਾਰ ਬਣਾ ਆਪਣਾ, ਬਸ ਆਹੀ ਆਖਣਾ ਸੁਣਨਾ ਤੇਰਾ ਜਿਹੜਾ ਹੈਗਾ, ਇਹੀ ਤੇਰਾ ਜਿਹੜਾ ਹੈਗਾ ਲਾਭਦਾਇਕ ਹੈਗਾ। ਬਾਕੀ ਜੋ ਕੁਛ ਵੀ ਆਖ ਰਹੇ ਉਹ ਤੋਂ ਸੰਕੋਚ ਕਰ। ਆਖਣਾ ਸੁਣਨਾ ਨਾਮ ਆਧਾਰ, ਇਹਦੇ ਨਾਲ ਕੀ ਹੋਏਗਾ, ਜੇ ਇਹਨੂੰ ਨਾਮ ਨੂੰ ਆਧਾਰ ਬਣਾ ਲਏਗਾ, ਇਸੇ ਨੂੰ ਆਖਣਾ ਇਹੀ ਸੁਣਨਾ, ਇਹਦੇ ਵੱਲ ਸਮਾਂ ਲਗਾਏਗਾ, ਧੰਦਾ ਛੁਟਕ ਗਿਆ ਬੇਕਾਰ ਦਾ ਧੰਦਾ ਜਿਹੜਾ ਹੈਗਾ, ਜਿੱਥੇ ਤੂੰ ਰਾਊਂਡ ਦੀ ਕਲਾਕ 24 ਘੰਟੇ ਲੱਗਿਆ ਹੋਇਆ ਅਤੇ ਤੈਨੂੰ ਕੋਈ ਆਊਟਪੁੱਟ ਹੀ ਨਹੀਂ, ਤੈਨੂੰ ਕੋਈ ਫਾਇਦਾ ਹੀ ਨਹੀਂ ਹੈਗਾ, ਤੇਰੇ ਨਾਲ ਜਾਣ ਵਾਲੀ ਕੋਈ ਚੀਜ਼ ਹੀ ਨਹੀਂ ਹੈਗੀ। ਕਹਿੰਦੇ ਉਹ ਧੰਦਾ ਛੁਟਕ ਜਾਏਗਾ ਪਿਆਰਿਆ, ਛੁਟਕ ਜਾਏਗਾ, ਬੇਕਾਰ ਧੰਦਾ ਛੁਟਕ ਜਾਏਗਾ। ਮਾਇਆ ਦੀ ਬੇਗਾਰੀ ਕਰਨੋਂ ਬਚ ਜਾਏਗਾ। ਬੇਗਾਰੀ ਤਾਂ ਕਰ ਰਹੇ ਪਿਆਰਿਓ, ਦੱਸੋ
ਸਾਰੀ ਉਮਰ ਮਾਇਆ ਕਮਾਉਂਦੇ ਰਹਿ ਗਏ ਔਰ ਆਖਰੀ ਦੇ ਵਿੱਚ ਮਾਇਆ ਇੱਥੇ ਛੱਡ ਕੇ ਚਲੇ ਗਏ ਤੇ ਬੇਗਾਰੀ ਨਹੀਂ ਕੀਤੀ ਤੇ ਆਪਾਂ ਨੂੰ ਕੋਈ ਮਿਲਿਆ ਕੁਛ? ਆਪਾਂ ਸੋਚੀਏ ਤਾਂ ਸਹੀ ਨਾ, ਕੁਛ ਮਿਲਿਆ ਆਪਾਂ ਨੂੰ? ਸਾਰੀ ਉਮਰ ਮਾਇਆ ਹੈ। ਦੱਸੋ। ਮੈਂ ਵਧਾ ਲੈਨੇ ਆ ਭਾਜੀ। ਹਾਂ ਹਉਮੈ ਤਾਂ ਛੱਡੋ, ਜੋ ਪਰ ਮੈਂ ਜੋ ਜਿਹਦੇ ਵਾਸਤੇ ਆਪਾਂ ਨੇ ਲਾਇਆ, ਆਪਾਂ ਨੇ ਉਹ ਮਾਇਆ ਮਿਲੀ ਆਪਾਂ ਨੂੰ। ਬਿਲਕੁਲ ਜਿਹੜਾ ਹੈਗਾ ਦੇਖੋ ਫੈਕਟ ਹੈਗਾ, ਔਰ ਆਪਾਂ ਛੱਡ ਨਹੀਂ ਪਾਵਾਂਗੇ ਫਿਰ ਵੀ। ਆਖਣਾ ਸੁਣਨਾ ਨਾਮ ਆਧਾਰ, ਤੰਦਾ ਛੁਟਕ ਗਿਆ ਵੇਕਾਰ। ਵੇਕਾਰ ਆ ਇਹ, ਮਾਇਆ ਦੀ ਬੇਗਾਰੀ ਕਰਦੇ ਰਹਿ ਜਾਂਦੇ ਆ। ਮਾਇਆ ਨੇ ਆਪਣੀ ਐਸੀ ਮਾਇਆ ਬਣਾਈ ਹੈ ਕਿ ਉਹਨੇ ਆਪਣੀ ਬੇਗਾਰੀ ਕਰਾਉਣੀ ਹੈ। ਬਸ ਉਹਨੇ ਦੇਣਾ ਕੁਛ ਵੀ ਨਹੀਂ, ਥੋੜ੍ਹਾ ਬਹੁਤ ਖਾਣ ਪੀਣ ਨੂੰ ਦੇ ਦੂਗੀ, ਸਵਾਦ ਦੇ ਦੂਗੀ, ਬਸ ਉਸ ਤੋਂ ਇਲਾਵਾ ਕੁਛ ਨਹੀਂ ਹੈ। ਬਾਕੀ ਜੋ ਇੱਥੇ ਦੇ ਇੱਥੇ, ਸਾਰਾ ਕੁਛ ਇੱਥੇ ਦੇ ਇੱਥੇ ਰੱਖ ਕੇ ਤੁਰ ਜਾਵਾਂਗੇ। ਆਖਣਾ ਸੁਣਨਾ ਨਾਮ ਆਧਾਰ, ਤੰਦਾ ਛੁਟਕ ਗਿਆ ਵੇਕਾਰ। ਜਿਉ ਮਨਮੁਖੇ ਦੂਜੇ ਪਤ ਖੋਈ, ਬਿਨ ਨਾਮੈ ਮੈਂ ਆਵਰ ਨਾ ਕੋਈ। ਜਿਉ ਮਨਮੁਖੇ ਦੂਜੇ ਪਤ ਖੋਈ। ਜਿਸ ਤਰ੍ਹਾਂ ਮਨਮੁਖ ਸਿਸਟਮ ਦੇ ਵਿੱਚ, ਮਨ ਦੇ ਪਿੱਛੇ ਚੱਲ ਰਿਹਾ ਇਨਸਾਨ, ਤੇ ਬਸ ਆਪਣੀ ਪਤ ਗਵਾ ਦਿੰਦਾ ਹੈ। ਮਹਾਰਾਜ ਕਹਿੰਦੇ ਨਾ ਬਈ ਨਾ, ਹੁਣ ਨਹੀਂ, ਹੁਣ ਤੱਕ ਆ ਗੁਰੂ ਦੀ ਮੱਤ ਆ ਗਈ ਹੈ। ਬਿਨ ਨਾਮੇ ਮੈਂ ਆਵਰ ਨਾ ਕੋਈ। ਨਾਮ ਤੋਂ ਬਗੈਰ ਮੇਰਾ ਕੋਈ ਟਾਰਗੇਟ ਨਹੀਂ ਹੈ। ਸੁਣ ਮਨ ਅੰਧੇ ਮੂਰਖ ਗਵਾਰ, ਆਵਤ ਜਾਤ ਲਾਜ ਨਹੀਂ ਲਾਗੇ। ਬਿਨ ਗੁਰ ਬੂढ़े ਬਾਰੋ ਬਾਰ ਰਹਾਓ। ਉਹ ਮੇਰੇ ਮਨਾ ਅੰਨਿਆ ਮੂਰਖਾ ਗਵਾਰਾ, ਸੁਣ ਮੇਰੀ ਗੱਲ। ਕਿਹਨੂੰ ਕਹਿ ਰਹੇ ਮਹਾਰਾਜ? ਮਨ ਨੂੰ ਕਹਿ ਰਹੇ। ਆਪਾਂ ਕਹਿ ਰਹੇ ਕਦੀ ਆਪਾਂ ਆਪਣੇ ਮਨ ਨੂੰ ਕਿਹਾ? ਕਦੀ ਆ ਲਫ਼ਜ਼ ਵਰਤੇ ਆਪਾਂ ਨੇ ਆਪਣੇ ਮਨ ਦੇ ਵਾਸਤੇ? ਸੁਣ ਮਨ ਅੰਧੇ ਮੂਰਖ ਗਵਾਰ। ਅੰਨਾ ਹੈ, ਅੰਨਾ ਕਹਿੰਦੇ ਤੂੰ ਅੰਨਾ ਹੈ, ਅੰਨਾ ਹੈ। ਮਾਇਆ ਬਾਰ ਮਾਇਆ ਦੇ ਵੱਲ, ਬਾਰ ਉਹੀ ਸਵਾਦ, ਬਾਰ ਉਹੀ ਰਸ, ਬਾਰ ਉਹੀ ਪਦਾਰਥ, ਬਾਰ ਉਹੀ ਸੰਬੰਧੀ। ਬਸ ਫਲਾਣੇ ਨੂੰ ਢਿਮਕੇ ਨੂੰ ਲੱਗ ਕੇ ਫੋਨ ਕਰਨ ਬੈਠੇ, 2-2 3-3 ਘੰਟੇ ਗੱਪਾਂ ਮਾਰੀ ਜਾ ਰਹੇ ਇੱਕ ਦੂਸਰੇ ਦੇ ਨਾਲ, ਇੱਧਰ ਉੱਧਰ। ਕਾਹਦੇ ਵਾਸਤੇ? ਕਿਉਂ? ਇੰਨਾ ਚੀਪ, ਇੰਨਾ ਸਸਤਾ ਜਿਹੜਾ ਹੈਗਾ ਇਹ ਸਰੀਰ, ਇੰਨਾ ਸਸਤਾ ਜਿਹੜੀ ਹਵਾ ਪਾਣੀ ਜੋ ਮਾਲਕ ਦੇ ਰਿਹਾ ਹੈ, ਇਹਦੇ ਵਾਸਤੇ ਦੇ ਰਿਹਾ ਉਹ ਮਾਲਕ ਪਰਮਾਤਮਾ। ਸੁਣ ਮਨ ਅੰਧੇ ਮੂਰਖ ਗਵਾਰ, ਆਵਤ ਜਾਤ ਲਾਜ ਨਹੀਂ ਲਾਗੈ। ਬਿਨ ਗੁਰ ਬੂढ़े ਬਾਰੋ ਬਾਰ। ਸ਼ਰਮ ਨਹੀਂ ਆਉਂਦੀ ਤੈਨੂੰ ਬਾਰ ਜਿਹੜਾ ਹੈਗਾ ਜਨਮ ਮਰਨ ਦੇ ਗੇੜ ਦੇ ਵਿੱਚ ਆ ਰਿਹਾ ਜਾ ਰਿਹਾ ਮਨੁੱਖ ਜੂਨ ਪਾਉਣਾ ਹੈ, ਗਵਾ ਦੇਣਾ ਹੈ। ਤੈਨੂੰ ਸ਼ਰਮ ਨਹੀਂ ਆਉਂਦੀ? ਗੁਰੂ ਤੋਂ ਬਗੈਰ ਗਾਈਡ, ਗੁਰੂ ਦੀ ਮੱਤ ਲੈਂਦਾ ਹੀ ਨਹੀਂ ਹੈ, ਔਰ ਬਾਰ ਡੁੱਬਦਾ ਹੈ ਇਸੇ ਸੰਸਾਰ 'ਚ ਆ ਕੇ, ਡੁੱਬ ਜਾਂਦਾ ਮਾਇਆ ਦੇ ਵਿੱਚ। ਰਹਾਓ ਇਸ ਮਨ ਮਾਇਆ ਮੋਹ ਵਿਨਾਸ਼। ਇਸ ਮਨ ਮਾਇਆ ਮੋਹ ਵਿਨਾਸ਼। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਵਿਨਾਸ਼ ਹੋਣਾ ਹੀ ਹੋਣਾ ਹੈ। ਬਸ ਜੋ ਵੀ ਦਿਸ ਰਿਹਾ ਆ ਉਹਦੇ ਨਾਲ ਆਪਣੀ ਨਹੀਂ ਆਪਾਂ ਹਟਾਵਾਂਗੇ। ਭਾਵੇਂ ਜੇ ਗੁਰਮੁਖ ਹੈ, ਜੇ ਬਾਣਾ ਪਾਇਆ, ਜੇ ਪੰਡਤ ਹੈਗੇ, ਜੇ ਗਿਆਨੀ ਹੈਗੇ, ਜੇ ਮੌਲਵੀ ਹੈਗੇ ਆ, ਬਸ ਜੇ ਪਾਦਰੀ ਹੈਗੇ ਆ, ਕੱਖ ਨਹੀਂ ਹੋਣਾ। ਇਸ ਮਨ ਮਾਇਆ ਮੋਹ ਵਿਨਾਸ਼, ਤੁਰ ਹੁਕਮ ਹੈ ਲਿਖਿਆ ਤਾਂ ਕਹੀਏ ਕਾਸ। ਮਾਲਕ ਨੇ ਮਾਇਆ ਬਣਾਈ ਹੈ, ਮਾਲਕ ਨੇ ਐਸੀ ਸਟਰੋਂਗ ਮਾਇਆ ਬਣਾਈ ਹੈ। ਉਹ ਕਹਿੰਦਾ ਨਹੀਂ ਗੁਰੂ ਦੀ ਮੱਤ ਲਏਗਾ, ਨਹੀਂ ਧਿਆਨ ਸਿਮਰਨ ਕਰੇਗਾ, ਨਹੀਂ ਸੁਣ ਗੁਫਾ ਦੇ ਵਿੱਚ ਬੈਠੇਗਾ ਪਿਆਰਿਆ, ਤੇ ਫਿਰ ਤੇਰਾ ਵਿਨਾਸ਼ ਹੋਣਾ ਲਾਜ਼ਮੀ ਹੈਗਾ। ਅਗਮ ਦੁਰਗਮ ਗੜ ਲਿਓ ਬਾਸ, ਨਹੀਂ ਉਸ ਅਗਮ ਦੁਰਗਮ ਗੜ ਦੇ ਵਿੱਚ ਵਾਸਾ ਕਰੇਗਾ। ਇਸ ਮਨ ਮਾਇਆ ਮੋਹ ਵਿਨਾਸ਼, ਤੁਰ ਹੁਕਮ ਲਿਖਿਆ ਤਾਂ ਕਹੀਏ ਕਾਸ। ਤੂੰ ਆਪਣਾ ਜਿਹੜਾ ਮਾਲਕ ਪਰਮਾਤਮਾ ਨੇ 2 ਰਸਤੇ ਬਣਾਏ ਸੀਗੇ, ਤੂੰ ਚੁਆਇਸ ਕੀਤੀ, ਹਮੇਸ਼ਾ ਹੀ ਕਰਦਾ ਆ ਰਿਹਾ ਆ। ਤੂੰ ਆਹੀ ਚੀਜ਼ ਦੀ ਡਿਮਾਂਡ ਕਰਦਾ ਆ ਰਿਹਾ, ਇਹੀ ਲਿਖਿਆ ਹੈ, ਤੂੰ ਆਪ ਲਿਖਦਾ ਆ ਰਿਹਾ ਹੈ। ਹੁਣ ਵੀ ਤੂੰ ਇਹੀ ਚੀਜ਼ ਚਾਹੁੰਦਾ ਹੈ, ਤੇ ਫਿਰ ਕੰਪਲੇਂਟ ਕਾਹਦੀ ਹੈ ਭਾਈ? ਤਾਂ ਕਹੀਏ ਕਾਸ। ਕਾਹਦੇ ਵਾਸਤੇ ਕੰਪਲੇਂਟ ਕਰ ਰਹੇ? ਕਿਉਂ ਰੋਣਾ ਹੈ? ਕਿਉਂ ਦੁਖੀ ਹੋਣਾ ਹੈ?
ਕਾਹਦੇ ਲਈ ਪੁਕਾਰ ਕਰਦਾ ਹੈ, ਕਿਉਂ ਚੀਕਦਾ ਹੈ, ਆ ਬਿਮਾਰੀ, ਆ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਗਿਆ, ਕਾਹਦੇ ਵਾਸਤੇ? ਇਸ ਮਨ ਮਾਇਆ ਮੋਹ ਵਿਨਾਸ਼, ਤੁਰ ਹੁਕਮ ਲਿਖਿਆ ਤਾਂ ਕਹੀਏ ਕਾਸ। ਗੁਰਮੁਖੇ ਵਿਰਲਾ ਚੀਨੇ ਕੋਈ। ਦੇਖ ਲਓ, ਹਾਲੇ ਵੀ ਆਪਸ਼ਨ ਹੈਗਾ ਆਪਣੇ ਕੋਲ। ਪਿਛਲਾ ਤਾਂ ਮਹਾਰਾਜ ਪਿਛਲਾ ਤਾਂ ਗਿਣਦੇ ਹੀ ਨਹੀਂ ਹੈ, ਜੋ ਹੋ ਗਿਆ ਸੋ ਹੋ ਗਿਆ। ਬਾਣੀ ਤਾਂ ਕਹਿੰਦੀ ਅੱਗੇ ਨੂੰ, ਪਿੱਛਾ ਨਾ ਫੇਰ ਮੁਹੱਡੜਾ, ਅਗਾਹਾਂ ਕੋ ਤਰਾਂਗ। ਅੱਗੇ ਨੂੰ ਦੇਖ, ਪਿੱਛੇ ਨਾ ਮੁੜ ਕੇ ਦੇਖ, ਪਿੱਛੇ ਤੂੰ ਕੁਛ ਨਹੀਂ ਕਰ ਸਕਦਾ। ਗੁਰਮੁਖੇ ਬਿਰਲਾ ਚੀਨੇ ਕੋਈ, ਨਾਮ ਵਿਹੂਣਾ ਮੁਕਤ ਨਾ ਹੋਈ। ਕੋਈ ਟਾਵਾਂ ਗੁਰੂ ਦੇ ਰਾਖੇ ਲੱਗ ਪੈਂਦਾ ਹੈ ਭਾਈ, ਚੀਨ ਲੈਂਦਾ ਹੈ ਆ ਰਸਤੇ ਨੂੰ, ਆ ਰਸਤਾ ਜਿਹੜਾ ਹੈਗਾ ਸਮਝ ਲੈਂਦਾ ਹੈ ਭਾਈ, ਸ਼ਿਫਟ ਹੋ ਜਾਂਦਾ ਹੈ, ਯੂ ਟਰਨ ਲੈ ਲੈਂਦਾ ਹੈ। ਮਨ ਜਿਹੜਾ ਹੈਗਾ ਇਹਦੇ ਕੋਲੋਂ ਸਟੀਅਰਿੰਗ ਖੋਹ ਲੈਂਦਾ ਹੈ। ਗੁਰਮੁਖੇ ਬਿਰਲਾ ਚੀਨੇ ਕੋਈ, ਨਾਮ ਵਿਹੂਣਾ ਮੁਕਤ ਨਾ ਹੋਈ। ਨਾਮ ਤੋਂ ਸਖਣਾ ਪਾਈ, ਇਹ ਧਿਆਨ ਸਿਮਰਨ ਤੋਂ ਸਖਣਾ, ਇਹ ਅਗਮ ਦੁਰਗਮ ਗੜ੍ਹ ਦੇ ਵਿੱਚ ਵਾਸ ਕੀਤੇ ਬਗੈਰ ਮੁਕਤ ਨਹੀਂ ਹੋ ਸਕਦਾ। ਮੁਕਤ ਹੋਣਾ ਹੈ ਮਾਇਆ ਤੋਂ। ਮਾਇਆ ਦੀ ਪਹੁੰਚ ਹਰ ਜਗ੍ਹਾ 'ਤੇ ਹੈਗੀ ਪਿਆਰਿਆ, ਸੁੰਨ ਗੁਫਾ ਦੇ ਵਿੱਚ ਨਹੀਂ ਹੈਗੀ, ਉੱਥੇ ਹੀ ਬੈਠਣਾ ਪਊਗਾ। ਭ੍ਰਮ ਡੋਲ ਹੈ ਲੱਖ 84 ਲੱਖ ਜੂਨਾਂ ਦੇ ਵਿੱਚ ਡੋਲਦਾ ਇਨਸਾਨ, ਭਰਮ ਕੇ, ਭਟਕ ਕੇ। ਲੱਖ 84 ਲੱਖ ਤਾਂ ਜੂਨਾਂ ਹੈਗੀਆਂ, ਔਰ ਕਿੰਨੀ ਵਾਰੀ ਇੱਕ ਜੂਨ 'ਚ ਜਾਂਦੇ ਆਪਾਂ, ਕੀ ਪਤਾ। ਭ੍ਰਮ ਡੋਲ ਹੈ ਲੱਖ 84, ਬਿਨ ਗੁਰੂ ਬੂਝੇ ਜਮ ਕੀ ਫਾਸੀ। ਜਮ ਦੀ ਫਾਹੀ ਤਿਆਰ ਹੈ, ਗੁਰੂ ਨੂੰ ਬੁੱਝ ਨਹੀਂ ਰਹੇ ਆਪਾਂ। ਗੁਰੂ ਦੀ ਮੱਤ ਨੂੰ ਤਾਂ ਆਪਾਂ ਬਿਲਕੁਲ ਲਾਈਟ ਲੈ ਰਹੇ ਹਾਂ, ਬਸ ਬਿਲਕੁਲ। ਜਿਸ ਤਰ੍ਹਾਂ ਕਿ ਇੱਕ ਹੁਣ ਸੱਜਣ ਜਿਹੜੇ ਹੈਗੇ, ਪਤਾ ਨਹੀਂ ਹੈ ਕਿ ਨਹੀਂ ਹੈ, ਉਹ ਜਿਹੜੇ ਹੈਗੇ ਉਹਨਾਂ ਨੇ ਹੁਣ ਜਿਹੜੇ ਹੈਗੇ ਆ, ਇਹ ਆਪਾਂ ਨੇ ਜਿਹੜੇ ਆ ਵੀਡੀਓਜ਼ ਜਿਹੜੇ ਆ YouTube 'ਤੇ ਹੁੰਦੇ ਆ, ਇਹਦੇ ਵਿੱਚ ਗੁਰਬਾਣੀ ਹੁੰਦੀ ਆ, ਉਹ ਜਿਹੜੇ ਹੈਗੇ ਖਾਲੀ ਆਡੀਓ ਕਰਕੇ ਭੇਜ ਦਿੰਦੇ ਆ। ਉਹ ਕਹਿੰਦੇ ਸਾਨੂੰ ਗੁਰਬਾਣੀ ਨਹੀਂ ਚਾਹੀਦੀ, ਸਾਨੂੰ ਤਾਂ ਜਿਹੜਾ ਕੰਨ ਰਸ ਚਾਹੀਦਾ, ਆਡੀਓ ਚਾਹੀਦੀ ਹੈ ਸਿਰਫ। ਪਤਾ ਨਹੀਂ ਕੀ ਪ੍ਰੋਬਲਮ ਹੈਗੀ ਭਾਈ ਇਸ ਜਗ੍ਹਾ ਤੇ ਵੀ। ਵੀਰ ਜੀ ਉਹ ਇਸ ਕਰਕੇ ਕਰਦੇ ਆ ਕਿਉਂਕਿ ਕਈ ਲੋਕੀ ਡਰਾਈਵ ਕਰਦੇ ਹੁੰਦੇ ਉਦੋਂ ਸੁਣ ਲੈਂਦੇ ਆ, ਕਈ ਲੋਕੀ ਡੇਟਾ ਨਹੀਂ ਬਾਹਲਾ ਹੁੰਦਾ ਤਾਂ ਕਰਕੇ ਕਰਦੇ ਆ, ਹੋਰ ਨਹੀਂ। ਚਲੋ ਜੇ ਮਕਸਦ ਇਹ ਹੈਗਾ ਤੇ ਫਿਰ ਤਾਂ ਸਲੂਟ ਆ ਉਹਨਾਂ ਨੂੰ ਵੀਰ ਜੀ, ਜੇ ਮਕਸਦ ਇਹ ਹੈਗਾ। ਨਹੀਂ ਤਾਂ ਜਿਹੜਾ ਹੈਗਾ, ਜੇ ਆਪਣੇ ਕੋਲ ਸਮਾਂ ਨਹੀਂ ਹੈਗਾ, ਆਪਾਂ ਇਸ ਬਾਣੀ ਨੂੰ ਜਿਹੜਾ ਹੈਗਾ ਦਰਸ਼ਨ ਨਹੀਂ ਕਰ ਸਕਦੇ, ਆਪਾਂ ਆਪਣੇ ਗੁਰੂ ਨੂੰ ਜਿਹੜਾ ਦੇਖ ਨਹੀਂ ਸਕਦੇ ਅੱਖਰਾਂ ਨੂੰ, ਤੇ ਫਿਰ ਵੀਰ ਜੀ ਉਹ ਭਲਾ ਹੀ ਹੈ ਜੀ। ਉਹ ਐਕਚੁਅਲੀ ਕਈ ਲੋਕਾਂ ਨੂੰ ਨਾ ਜੀ, ਉਹ ਇੱਕ ਵਾਰੀ ਡਾਊਨਲੋਡ ਕਰਕੇ ਉਹ ਰਸਤੇ 'ਚ ਨੈਟ ਨਹੀਂ ਹੁੰਦਾ, ਆਰਾਮ ਨਾਲ ਚੱਲਦਾ ਰਹਿੰਦਾ, ਉਹਦਾ ਫਾਇਦਾ ਵੀ ਹੈ ਜੀ ਵੈਸੇ। ਚਲੋ ਠੀਕ ਹੈ ਜੋ ਹੋ ਰਿਹਾ। ਹਾਂਜੀ ਨਹੀਂ ਆਪਾਂ ਤਾਂ ਇਹ ਕਹਿੰਦੇ ਮੇਰਾ ਨਹੀਂ, ਉਹ ਠੀਕ ਹੈ ਗੱਲ। ਜੇ ਮਤਲਬ ਉਹਦਾ ਜਿੱਥੇ ਯੂਟਿਲਾਈਜ਼ ਕਰ ਸਕਦੇ ਹੋ ਤਾਂ ਕਰਨਾ ਚਾਹੀਦਾ। ਬਿਲਕੁਲ ਉਹਨਾਂ ਦਾ ਉਪਰਾਲਾ ਜੇ ਐਸ ਐਂਗਲ ਤੋਂ ਹੈਗਾ ਤੇ ਪਿਆਰਿਓ ਫਿਰ ਤਾਂ ਸਲੂਟ ਹੈ ਜੀ, ਉਹਨਾਂ ਦੇ ਚਰਨਾਂ ਦੇ ਸਿਰ ਆ ਮੇਰਾ ਬਸ। ਪਰ ਮੇਰਾ ਕਹਿਣ ਦਾ ਮਕਸਦ ਇਹ ਨਹੀਂ ਸੀਗਾ। ਮੇਰਾ ਕਹਿਣ ਦਾ ਮਕਸਦ ਸੀਗਾ ਵੀ ਅੱਖਰ ਜਿਹੜੇ ਹੈਗੇ ਇਹ ਜ਼ਰੂਰੀ ਹੈਗੇ, ਬਾਣੀ ਦੇ ਦਰਸ਼ਨ ਕਰਨੇ ਜ਼ਰੂਰੀ ਹੈਗੇ। ਮੈਂ ਇਸ ਗੱਲ 'ਤੇ ਸਟ੍ਰੈਸ ਦੇ ਰਿਹਾ ਸੀਗਾ। ਠੀਕ ਹੈ, ਹਾਂਜੀ। ਅੱਗੇ ਚੱਲੀਏ ਆਪਾਂ। ਇਹ ਮਨੁਆ ਖਿਨ ਨਹੀਂ, ਆਪਾਂ ਸੀਗੇ ਭ੍ਰਮ ਡੋਲੇ ਲੱਖ 84, ਬਿਨ ਗੁਰ ਬੂਝੇ ਜਮ ਕੀ ਫਾਸੀ। ਇਹ ਮਨੁਆ ਖਿਨ ਊਬ ਪਿਆਲ। ਕਹਿੰਦੇ ਮਨ ਨੇ ਜਿਹੜਾ ਹੈਗਾ ਬਸ ਇਹਨੇ ਔਸੀਲੇਟ ਹੋਈ ਜਾਣਾ ਹੈ। ਮਨ ਨੇ ਬਣ ਜਾਣਾ ਹੈ ਗੁਰਮੁਖ, ਬਹੁਤ ਜਲਦੀ ਬਣ ਜਾਣਾ ਹੈ ਮਨ ਨੇ, ਪਤਾ ਵੀ ਨਹੀਂ ਲੱਗਣਾ ਕਦੋਂ ਬਣ ਜਾਣਾ ਹੈ ਗੁਰਮੁਖ। ਬੜਾ ਧੋਖਾ ਦਿੰਦਾ ਹੈ ਮਨ, ਚੜ੍ਹ ਜਾਣਾ ਇਹਨੇ ਉੱਪਰ, ਔਰ ਫਿਰ ਜਿਹੜਾ ਪਤਾਲ 'ਚ ਵੀ ਚਲੇ ਜਾਣਾ ਹੈ ਮਨ ਨੇ, ਵਾਪਸ ਕਸਰ ਕੱਢ ਦੇਣੀ ਹੈ ਪੂਰੀ ਦੀ ਪੂਰੀ। ਇਸ ਤਰ੍ਹਾਂ ਔਸੀਲੇਟ ਹੁੰਦਾ ਹੈ ਮਨ। ਭ੍ਰਮ ਡੋਲੇ ਲੱਖ 84, ਬਿਨ ਗੁਰ ਬੂਝੇ ਜਮ ਕੀ ਫਾਸੀ। ਇਹ ਮਨੁਆ ਖਿਨ ਊਬ ਪਿਆਲ, ਗੁਰਮੁਖੇ ਛੂਟੈ ਨਾਮ ਸੰਭਾਲ। ਕਹਿੰਦੇ ਗੁਰੂ ਦੀ ਰਾਹੀਂ ਛੁੱਟ ਸਕਦਾ ਹੈ ਪਿਆਰਿਆ, ਨਾਮ ਨੂੰ ਸੰਭਾਲ ਲਾ। ਆਪੇ ਸੱਦੇ ਢਿੱਲ ਨਾ ਹੋਏ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਕਹਿੰਦੇ ਮਾਲਕ ਪਰਮਾਤਮਾ ਗੁਰੂ ਦੇ ਰਾਹੀਂ ਗਿਆਨ ਦੇ ਰਿਹਾ ਪਿਆਰਿਆ, ਆਪ ਸੱਦਦਾ ਹੈ ਆਪਣੇ ਕੋਲ, ਆਪ ਸੱਦਦਾ ਹੈ। ਔਰ ਫਿਰ ਜਿਹੜਾ ਗੁਰੂ ਦੇ ਆਖੇ ਗੁਰੂ ਦੇ ਅਨੁਸਾਰ ਚੱਲ ਪੈਂਦਾ, ਫਿਰ ਉਹਦੇ 'ਚ ਢਿੱਲ ਨਹੀਂ ਹੁੰਦੀ ਉਹਦੀ ਮੁਲਾਕਾਤ ਦੇ ਵਿੱਚ। ਆਪੇ ਸੱਦੇ ਢਿੱਲ ਨਾ ਹੋਏ, ਸ਼ਬਦੇ ਮਰੈ ਸਹਿਲਾ ਜੀਵੈ ਸੋਏ।
ਸ਼ਬਦ ਦੇ ਨਾਲ ਜਿਹੜਾ ਸ਼ਬਦ ਨੂੰ ਮੰਨ ਲੈਂਦਾ ਹੈ, ਗੁਰੂ ਦੀ ਮੱਤ ਲੈ ਲੈਂਦਾ ਹੈ ਔਰ ਆਪਣੇ ਮਨ ਨੂੰ, ਕਹਿੰਦੇ ਇਹ ਮਨ ਪਤੰਦਰ ਨੇ, ਸ਼ਬਦ ਤੋਂ ਬਗੈਰ ਮਰਨਾ ਹੀ ਨਹੀਂ ਹੈਗਾ। ਜਦ ਤੱਕ ਮਨ ਨਹੀਂ ਮਰਦਾ ਤਦ ਤੱਕ ਸਹਿਲਾ ਜੀਵਨ ਨਹੀਂ ਹੁੰਦਾ। ਸ਼ਬਦੇ ਮਾਰੇ ਸਹਿਲਾ ਜੀਵੈ ਸੋਏ, ਬਿਨ ਗੁਰ ਸੋਝੀ ਕਿਸੇ ਨਾ ਹੋਏ। ਗੁਰੂ ਤੋਂ ਬਗੈਰ ਕਿਸੇ ਨੂੰ ਵੀ ਸੂਝ ਨਹੀਂ ਹੋ ਸਕਦੀ। ਆਹ ਨੁਕਤੇ ਜਿਹੜੇ ਹੈਗੇ ਦੇਖ ਲਓ, ਕਿੰਨੀਆਂ ਬਰੀਕੀਆਂ ਮਿਲ ਰਹੀਆਂ ਅੱਜ। ਬਿਨ ਗੁਰ ਸੋਝੀ ਕਿਸੇ ਨਾ ਹੋਏ, ਆਪੇ ਕਰੈ ਕਰਾਵੇ ਸੋਏ। ਉਹ ਮਾਲਕ ਪਰਮਾਤਮਾ ਦੀ ਗੇਮ ਆ, ਉਹ ਕਰ ਵੀ ਰਿਹਾ ਤੇ ਕਰਵਾ ਵੀ ਰਿਹਾ। ਸਾਰੀ ਦੀ ਸਾਰੀ ਗੇਮ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਮਾਲਕ ਪਰਮਾਤਮਾ। ਉਧਰ ਮਾਇਆ ਪੂਰੀ ਪ੍ਰਚਲਿਤ, ਪੂਰੀ ਜਿਹੜੀ ਹੈਗੀ ਭਖਾਈ ਹੋਈ ਹੈ। ਇੱਧਰ ਜਿਹੜਾ ਹੈਗਾ ਮਤ ਗੁਰੂ ਵਾਲੇ ਪਾਸੇ ਵੀ ਜਿਹੜਾ ਹੈਗਾ ਇਹ ਵੀ ਗਿਆਨ ਦੇ ਰਿਹਾ। ਇਹੀ ਤਾਂ ਕੰਪੀਟੀਸ਼ਨ ਆ ਦੋ ਟੀਮਾਂ ਦਾ। ਬਿਨ ਗੁਰ ਸੋਝੀ ਕਿਸੇ ਨਾ ਹੋਏ, ਆਪੇ ਕਰੇ ਕਰਾਵੇ ਸੋਏ। ਝਗੜ ਚੁਕਾਵੇ ਹਰ ਗੁਣ ਗਾਵੇ। ਝਗੜਾ ਚੁਕਾ ਦਿੰਦਾ ਹੈ ਭਾਈ, ਗੇਮ ਜਿਤਾ ਦਿੰਦਾ ਹੈ। ਝਗੜ ਚੁਕਾਵੇ ਕੀ ਹੈ? ਗੇਮ ਜਿਤਾਉਣੀ। ਜਿਹੜਾ ਚੁਆਇਸ ਕਰ ਲੈਂਦਾ ਹੈ ਪਰਮੇਸ਼ਰ ਦਾ ਰਸਤਾ ਜਿਹੜਾ ਹੈਗਾ, ਧਿਆਨ ਸਿਮਰਨ ਵਾਲਾ, ਸੁੰਨ ਗੁਫਾ ਵਾਲਾ ਜਿਹੜਾ ਰਸਤਾ, ਗੁਣ ਗਾਉਣੇ ਸ਼ੁਰੂ ਕਰ ਦਿੰਦਾ, ਗੁਰੂ ਦੀ ਮੱਤ ਲੈਣੀ ਸ਼ੁਰੂ ਕਰ ਦਿੰਦਾ ਹੈ। ਗੁਰੂ ਦੇ ਅਨੁਸਾਰ ਜਿਹੜਾ ਹੈਗਾ ਗੁਰੂ ਦੀ ਮੱਤ ਨੂੰ ਵਿਚਾਰਨ ਲੱਗ ਜਾਂਦਾ ਹੈ। ਹਰ ਗੁਣ ਗਾਵੇ ਦਾ ਕੀ ਮਤਲਬ ਆ ਬਈ? ਵਿਚਾਰਨਾ। ਪੂਰਾ ਸਤਿਗੁਰ ਸਹਿਜ ਸਮਾਵੇ। ਉਹ ਪੂਰੇ ਸਤਿਗੁਰੂ ਦੇ ਦੁਆਰਾ ਸਹਿਜ ਅਵਸਥਾ 'ਚ ਸਮਾ ਜਾਂਦਾ ਹੈ ਭਾਈ। ਪੂਰਾ ਸਤਿਗੁਰ ਤਾਂ ਆਲਰੇਡੀ ਸਹਿਜ ਸਮਾਇਆ ਹੋਇਆ। ਇੱਥੇ ਲਿਖਿਆ ਪੂਰਾ ਸਤਿਗੁਰ ਸਹਿਜ ਸਮਾਵੇ। ਪੂਰੇ ਸਤਿਗੁਰੂ ਦੇ ਦੁਆਰਾ ਉਹ ਜਿਹੜਾ ਹੈਗਾ ਅਭਿਆਸੀ ਸਹਿਜ ਸਮਾ ਜਾਂਦਾ ਹੈ। ਇਹ ਮਨ ਡੋਲਤ ਤਉ ਠਹਿਰਾਵੈ, ਸੱਚ ਕਰਨੀ ਕਰ ਖਾਰ ਕਮਾਵੈ। ਬਸ ਦੇਖ ਲਓ ਭਾਈ, ਕਿੰਨਾ ਕ੍ਰਿਸਟਲ ਕਲੀਅਰ ਕੱਟ ਲਿਖਿਆ ਹੋਇਆ। ਇਹ ਮਨ ਡੋਲਤ ਤਉ ਠਹਿਰਾਵੇ। ਮਨ ਨੇ ਗਿਆਨ ਦੇ ਨਾਲ ਨਹੀਂ ਠਹਿਰਨਾ। ਇਹ ਮਨ ਡੋਲਤ ਤਉ ਠਹਿਰਾਵੇ। ਪਹਿਲੀ ਪਾਤਸ਼ਾਹੀ ਬੋਲ ਰਹੀ ਹੈ, ਪਹਿਲੀ ਪਾਤਸ਼ਾਹੀ। ਸੱਚ ਕਰਨੀ ਕਰ ਖਾਰ ਕਮਾਵੇ। ਸੱਚ ਕਰਨੀ, ਜਿਹੜੀ ਸੱਚ ਕਰਨ ਵਾਲਾ ਕੰਮ ਹੈਗਾ, ਉਹ ਸੱਚ ਕਰਨੀ ਕਰ ਕਾਰ ਕਮਾਵੇ। ਕਾਰ ਕਰੇ, ਸੱਚ ਕਰਨੀ ਕਰ, ਕਰਨੀ ਲਏ, ਐਕਸ਼ਨ, ਔਰ ਇਹਨੂੰ ਕਮਾਏ। ਇਹ ਮਨ ਡੋਲਤ ਤਉ ਠਹਿਰਾਵੇ, ਤਾਂ ਠਹਿਰੇਗਾ ਮਨ ਭਾਈ। ਕਹਿੰਦੇ ਮਨ ਤਾਂ ਲੱਗਦਾ ਨਹੀਂ ਆ, ਮਨ ਤਾਂ ਲੱਗਦਾ ਨਹੀਂ। ਮਨ ਤੂੰ ਲਾਉਣ ਵਾਸਤੇ ਤਾਂ ਕੰਮ ਕਰਨਾ ਸਾਰਾ। ਸਾਰੀ ਦੀ ਸਾਰੀ ਯਾਤਰਾ ਤਾਂ ਮਨ ਨੂੰ ਖੜਾ ਕਰਨ ਦੀ, ਮਨ ਨੂੰ ਲਾਉਣ ਵਾਲੇ। ਜੇ ਮਨ ਹੀ ਲੱਗ ਗਿਆ ਤੇ ਗੱਲ ਬਣ ਗਈ। ਫਿਰ ਤਾਂ ਆਪਾਂ ਜਿੱਤ ਗਏ ਜੇ ਮਨ ਲੱਗ ਗਿਆ ਤੇ। ਝਗੜ ਚੁਕਾਵੇ ਹਰ ਗੁਣ ਗਾਵੇ, ਪੂਰਾ ਸਤਿਗੁਰ ਸਹਿਜ ਸਮਾਵੈ। ਇਹ ਮਨ ਡੋਲਤ ਤਉ ਠਹਿਰਾਵੈ, ਸੱਚ ਕਰਨੀ ਕਰ ਕਾਰ ਕਮਾਵੈ। ਅੰਤਰ ਝੂਠਾ ਕਿਉਂ ਸੁਚ ਹੋਏ। ਅੰਦਰ ਤਾਂ ਪੂਰੀ ਮਾਇਆ ਹੈ, ਝੂਠਾ ਪਿਆ, ਝੂਠ ਪਈ ਹੋਏ, ਜੁਠਾਨ ਪਈ ਹੈ, ਸੰਸਕਾਰ ਪਏ ਹੈ। ਝੂਠ ਕੀ ਹੈ? ਸੰਸਕਾਰ ਸਾਰੇ। ਅੰਤਰ ਝੂਠਾ ਕਿਉਂ ਸੁਚ ਹੋਏ। ਸੁੱਚਾ ਕਿਵੇਂ ਹੋ ਸਕਦਾ ਹੈ? ਕਹਿੰਦੇ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਕਿੰਨਾ ਮਰਜੀ ਝੂਠਾ ਹੋਏ। ਸ਼ਬਦੀ ਧੋਵੈ ਵਿਰਲਾ ਕੋਏ, ਆਇਆ ਸੱਚ ਕਰਨੀ ਕਰ ਕਾਰ ਕਮਾਵੇ। ਆਇਆ ਸ਼ਬਦੀ ਧੋਣਾ, ਸ਼ਬਦ ਅਭਿਆਸ, ਧਿਆਨ ਸਿਮਰਨ, ਸੁਨ ਗੁਫਾ ਮੈਂ ਆਸਣ ਬੈਸਣ। ਅੰਤਰ ਝੂਠਾ ਕਿਉਂ ਸੁਚ ਹੋਏ, ਸ਼ਬਦੀ ਧੋਵੈ ਵਿਰਲਾ ਕੋਏ। ਗੁਰਮੁਖ ਕੋਈ ਸੱਚ ਕਮਾਵੇ। ਕਹਿੰਦੇ ਭਾਈ ਫਿਰ ਵੀ ਪ੍ਰੋਬੇਬਿਲਿਟੀ ਜਿਹੜੀ ਹੈਗੀ ਬਹੁਤ ਹੀ ਰੇਅਰ ਹੈਗੀ ਆ, ਬਿਲਕੁਲ ਰੇਅਰ ਹੈਗੀ। ਬਈ ਗੁਰੂ ਦੇ ਆਖੇ ਲਾ ਕੇ ਕੋਈ ਸੱਚ ਦੀ ਕਮਾਈ ਕਰਨਾ ਸ਼ੁਰੂ ਕਰ ਦੇ, ਕੋਈ ਪ੍ਰੈਕਟੀਕਲ ਸ਼ੁਰੂ ਕਰ ਦੇ। ਬਾਕੀ ਕਹਿੰਦੇ ਸਾਰਿਆਂ ਨੇ ਬਸ ਕੰਨ ਰਾਸਿਆ, ਲੈ ਲਿਆ, ਫੀਲਿੰਗ ਲੈ ਲਈ, ਬਸ ਵਾਪਸ ਮਾਇਆ ਦੇ ਵਿੱਚ ਉਸੇ ਤਰ੍ਹਾਂ ਗਲਤਾਨ। ਗੁਰਮੁਖੇ ਕੋਈ ਸੱਚ ਕਮਾਵੇ, ਆਵਣ ਜਾਣਾ ਠਾਕ ਰਹਾਵੇ। ਕਹਿੰਦੇ ਆਉਣਾ ਜਾਣਾ ਰੁਕ ਜਾਏਗਾ ਪਿਆਰਿਓ, ਰੁਕ ਜਾਏਗਾ। ਪਾਓ ਖਾਣਾ ਪੀਣਾ ਸੁਖਸਾਰ। ਸਟਾਰਟਿੰਗ ਕਰਨੀ ਹੈ ਭਾਈ ਤੇ ਭਾਉ ਦੇ ਵਿੱਚ ਰਹਿਣਾ ਹੈ। ਪਰਮਾਤਮਾ ਦਾ ਭਾਉ, ਆਹੀ ਖਾਣਾ ਪੀਣਾ ਹੋਣਾ ਚਾਹੀਦਾ ਭਾਈ। ਆਹੀ ਸੁੱਖਾਂ ਦਾ ਸਾਰ ਆ। ਮਾਲਕ ਦਾ ਭਾਉ, ਮਾਲਕ ਅੰਦਰ ਆ। ਗੁਰੂ ਦਾ ਭਾਉ, ਸ਼ਬਦਾਂ ਦਾ ਭਾਉ,
ਭਉ ਖਾਣਾ ਪੀਣਾ ਸੁਖ ਸਾਰ, ਹਰ ਜਨ ਸੰਗਤ ਪਾਵੈ ਪਾਰ। ਇਸ ਤਰੀਕੇ ਹਰੀ ਦੇ ਜਨਾਂ ਦੀ ਸੰਗਤ ਦੇ ਨਾਲ ਉਹ ਪਾਰ ਪਾ ਜਾਂਦਾ ਹੈ। ਸਾਧ ਸੰਗਤ ਦੇ ਵਿੱਚ ਸੱਚ ਬੋਲੇ ਬੋਲਾਵੇ ਪਿਆਰ, ਆਪ ਸੱਚ ਨੂੰ ਬੋਲਦਾ ਹੈ, ਆਪ ਪ੍ਰੈਕਟੀਕਲ ਕਰਦਾ ਹੈ ਔਰ ਫਿਰ ਬੁਲਾਉਂਦਾ ਵੀ ਹੈ ਪਿਆਰ ਦੇ ਨਾਲ, ਵੰਡਦਾ ਵੀ ਹੈਗਾ ਇਸ ਦਾਤ ਨੂੰ। ਸੱਚ ਬੋਲੇ ਬੋਲਾਵੇ ਪਿਆਰ, ਗੁਰ ਕਾ ਸ਼ਬਦ ਕਰਨੀ ਹੈ ਸਾਰ। ਆਹੀ ਪਾਈ ਸ਼ਬਦ ਧਿਆਨ ਸਿਮਰਨ, ਇਹੀ ਸੁਨ ਗੁਫਾ ਮੇਂ ਆਸਣ ਬੈਸਣ, ਅਨਹਦ ਸ਼ਬਦ ਇਹੀ ਕਰਨੀ ਸਾਰ ਆ ਭਾਈ। ਗੁਰ ਕਾ ਸ਼ਬਦ ਕਰਨੀ ਹੈ ਸਾਰ। ਹਰ ਜਸ ਕਰਮ ਧਰਮ ਪਤ ਪੂਜਾ, ਆਹੀ ਹਰੀ ਦਾ ਜਸ ਹੈ, ਇਹੀ ਕਰਮ ਹੈਗੇ, ਇਹੀ ਧਰਮ ਹੈਗਾ, ਇਹੀ ਪੂਜਾ ਹੈਗੀ, ਇਹੀ ਪੱਤ ਹੈਗੀ ਭਾਈ। ਹਰ ਜਸ ਕਰਮ ਧਰਮ ਪਤ ਪੂਜਾ, ਭਾਈ ਰੇ ਰਾਮ ਕਹੋ ਚਿੱਤ ਲਾਏ। ਹਰ ਜਸ ਵਖਰ ਲੈ ਚਲੋ ਸ਼ੌ ਦੇਖੇ ਪਤਿਆਏ। ਆਇਆ ਸੌਦਾ, ਚਿੱਤ ਲਾ ਕੇ ਰਾਮ ਨੂੰ ਕਹਿਣਾ, ਧਿਆਨ ਲੱਗ ਜਾਣਾ, ਆਇਆ ਹਰ ਜਸ। ਹਰ ਜਸ ਕਰਮ ਧਰਮ ਪਤ ਪੂਜਾ, ਕਾਮ ਕ੍ਰੋਧ ਅਗਨੀ ਮੈਂ ਭੂੰਜਾ। ਕਾਮ ਕ੍ਰੋਧ ਅੱਗ ਦੇ ਵਿੱਚ ਭੁੱਜ ਜਾਏਗਾ ਭਾਈ, ਇਹ ਖਤਮ ਹੋ ਜਾਣਗੇ। ਕਾਮ ਕ੍ਰੋਧ ਤੋਂ ਮੋਹੰਕਾਰ ਪਾਸੇ ਹੋ ਜਾਣਗੇ। ਹਰ ਰਸ ਚਾਖਿਆ ਤਉ ਮਨ ਭੀਜਾ, ਅੰਮ੍ਰਿਤ ਰਸ ਚੱਖ ਲਿਆ ਤੇ ਮਨ ਪੂਰੀ ਤਰ੍ਹਾਂ ਭਿੱਜ ਗਿਆ ਭਾਈ, ਪੂਰੀ ਤਰ੍ਹਾਂ ਮਨ ਭਿੱਜ ਗਿਆ, ਪੂਰੀ ਤਰ੍ਹਾਂ। ਇਹ ਤਾਂ ਬਿਸਮਾਤ ਚ ਆ ਗਿਆ ਚੱਖ ਕੇ, ਕਹਿੰਦਾ ਮਨ ਤਾਂ ਜਿਹੜਾ ਹੈਗਾ ਪੂਰਾ ਦਾ ਪੂਰਾ। ਤੇ ਆ ਤਾਂ ਇਹ ਤਾਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਮਨ ਦੀਆਂ। ਹਰ ਰਸ ਚਾਖਿਆ ਤਉ ਮਨ ਭੀਜਾ, ਪਣਵਤ ਨਾਨਕ ਅਵਰ ਨਾ ਦੂਜਾ। ਫਿਰ ਜਿਹੜਾ ਹੈਗਾ ਕੋਈ ਦੂਸਰਾ ਨਹੀਂ ਰਹਿ ਜਾਂਦਾ ਭਾਈ। ਮਾਇਆ ਜਿਹੜੀ ਹੈਗੀ, ਇਹ ਜਿਹੜੀ ਮਾਲਕ ਨੇ ਟਰੈਪ ਪਾਈ ਸੀਗੀ, ਇਹ ਪਾਸੇ ਹੋ ਜਾਂਦੀ ਹੈ, ਬੂੰਦ ਸਾਗਰ ਦੇ ਵਿੱਚ ਹੋ ਜਾਂਦੀ ਹੈ। ਹਾਂ ਸੀਗਾ ਜੀ, ਦੇਖੋ ਉਹ ਜਿਹੜਾ ਕਾਸ ਵਰਡ ਖੁੱਲਿਆ ਸੀ ਇਹਦੇ ਨਾਲ, ਦੇਖੋ ਕਿੰਨਾ ਗਿਆਨ ਦੇ ਗਏ ਮਹਾਰਾਜ। ਆਪਾਂ ਜੀ ਉਹ ਚਰਨਜੀਤ ਸਿੰਘ ਹੁਣੀ ਕਹਿ ਰਹੇ ਸੀਗੇ ਕਿ ਜੇ ਬੰਦਾ ਆਪ ਨਾਮ ਨਹੀਂ ਜਪਦਾ ਤਾਂ ਵਾਹਿਗੁਰੂ ਕੀ ਕਰ ਸਕਦਾ। ਮੈਂ ਇਹ ਬੇਨਤੀ ਕਰਦਾ ਸੀ ਕਿ ਵਾਹਿਗੁਰੂ ਸਭ ਕੁਛ ਹੀ ਕਰ ਸਕਦਾ। ਬਈ ਆਪਾਂ ਨੂੰ ਇਹਦਾ ਮਤਲਬ ਇਹ ਨਹੀਂ ਵੀ ਨਾਮ ਨਹੀਂ ਜਪਣਾ ਚਾਹੀਦਾ, ਪਰ ਵਾਹਿਗੁਰੂ ਦੀ ਜਿਹੜੀ ਪਾਵਰ ਤੇ ਆਪਾਂ ਲਿਮਿਟ ਨਹੀਂ ਲਾ ਸਕਦੇ। ਨਹੀਂ, ਬਿਲਕੁਲ ਨਹੀਂ ਲਾ ਸਕਦੇ, ਬਿਲਕੁਲ ਨਹੀਂ ਲਾ ਸਕਦੇ। ਸਹੀ ਹੈ। ਉਹ ਤਾਂ ਮਾਲਕ ਮੈਂ ਭਾਜੀ ਇਹ ਕਹਿੰਦਾ ਸੀ ਕਿ ਅਸੀਂ ਜੇ ਮਾਇਆ ਦੇ ਵਿੱਚ ਖੁੱਬੇ ਆ, ਮਤਲਬ ਅਸੀਂ ਉਹਨੂੰ ਉਹਦਾ ਪਿੱਛਾ ਨਹੀਂ ਛੱਡਦੇ, ਫਿਰ ਵੀ ਕਰ ਸਕਦਾ ਵੀਰ ਜੀ, ਫਿਰ ਵੀ ਕਰ ਸਕਦਾ। ਅੱਛਾ, ਹਾਂ ਉਹ ਤਾਂ ਮਾਲਕ ਹੈ, ਮਾਲਕ ਕਰ ਸਕਦਾ ਹੈ, ਪਰ ਮਾਲਕ ਜਿਹੜਾ ਨਹੀਂ ਮੇਰੀ ਗੱਲ ਮਾਲਕ ਕਰ ਸਕਦਾ। ਬੀਜ ਤੇ ਡਿਪੈਂਡ ਕਰਦਾ ਨਾ ਜੀ, ਬੀਜ ਅੰਕੁਰਿਤ ਕਿੰਨਾ ਪੁਰਾਣਾ, ਕਿੰਨਾ ਕੁ ਬੀਜ ਹੈ, ਕਿੱਦਾਂ ਦਾ ਅੰਕੁਰਿਤ ਕਦੋਂ ਵੀ। ਹਾਂ, ਪੂਰਵ ਜਨਮ ਦਾ ਵੀ ਅੰਕੁਰਿਤ ਹੋਣ ਦੇ ਚਾਂਸ ਹੁੰਦੇ ਆ ਕਿਤੇ ਕਿਤੇ। ਮਾਲਕ ਕੱਢ ਪੁਰਾਣੇ ਸੰਸਕਾਰ ਜਿਹੜੇ। ਹਾਂਜੀ ਸੌਰੀ ਭਾਜੀ, ਤੁਸੀਂ ਬੋਲੋ। ਮਾਲਕ ਜਿਹੜਾ ਹੈਗਾ ਕੁਛ ਵੀ ਕਰ ਸਕਦਾ ਹੈ ਭਾਈ। ਉਹਨੇ ਖੇਡ, ਜਦ ਉਹ ਖੇਡ ਪਾ ਸਕਦਾ ਹੈ, ਸਾਰਾ ਕੁਝ ਬਣਾ ਸਕਦਾ ਹੈ, ਤੇ ਉਹਦੀ ਤਾਂ ਪਾਵਰ ਨੂੰ ਆਪਾਂ ਆਪ ਤਾਂ ਜਦੋਂ ਮਰਜ਼ੀ ਕੱਢ ਲਿਓ। ਹਾਂ, ਉਹਦੀ ਤਾਂ ਗੱਲ ਹੀ ਵੱਖਰੀ ਹੈਗੀ, ਉਹ ਤਾਂ ਛੱਡ। ਪਰ ਪਰ ਇੱਕ ਚੀਜ਼ ਦੇਖੋ, ਮਾਲਕ ਪਰਮਾਤਮਾ ਜਿਹੜਾ ਹੈਗਾ ਨਿਆਂ ਕਰਨ ਵਾਲਾ ਹੈਗਾ, ਉਹ ਸਾਰੀ ਦੁਨੀਆ ਨੂੰ ਛੱਡ ਕੇ ਜਿਹੜਾ ਹੈਗਾ ਕਿਸੇ ਇੱਕ ਨੂੰ ਕੱਢੂਗਾ। ਉਹਦੇ ਵਾਸਤੇ ਜਿਹੜਾ ਆਪਣਾ ਨਿਆਂ ਜਿਹੜਾ ਹੈਗਾ, ਉਹਨੂੰ ਆਪਣੇ ਨਿਆਂ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਦੇ ਵਿੱਚ ਗੜਬੜ ਕਰ ਦੇਗਾ ਮਾਲਕ ਪਰਮਾਤਮਾ। ਕਿ ਆਪਾਂ ਸੋਚਦੇ ਹਾਂ ਐਸਾ ਹੋ ਜਾਏਗਾ, ਬਸ ਆ ਹਾਂ ਬਿਲਕੁਲ ਆਹ ਗੱਲ ਹੈਗੀ ਆ। ਹਾਂਜੀ ਡਾਕਟਰ ਸਾਹਿਬ ਦੇਖ ਲਓ, ਸੋਚ ਲਓ ਹੁਣ। ਨਹੀਂ ਵੀਰ ਜੀ, ਉਹ ਤਾਂ ਹੈ ਹੀ ਹੈ, ਪਰ ਮੈਂ ਕਹਿੰਦਾ ਵੀ ਆਪਾਂ ਨੂੰ ਏਦਾਂ ਦੇ ਕਮੈਂਟ ਨਾ ਕਹੀਏ ਤਾਂ ਚੰਗਾ, ਕਿ ਮਾਲਕ ਕੀ ਕਰ ਸਕਦਾ। ਹਾਂ ਇਹ ਗੱਲ ਸਹੀ ਹੈ ਤੁਹਾਡੀ, ਇਹ ਗੱਲ ਸਹੀ ਹੈ। ਆਪੇ ਜਾਣੇ ਆਪ ਹੈ ਨਾ ਜੀ, ਉਹ ਤਾਂ ਉਹਨੇ ਜਦ ਖੇਡ ਹੀ ਉਹਨੇ ਪਾਈ ਹੋਈ ਹੈ, ਸਾਰੀ ਚੀਜ਼ਾਂ ਬਣਾਉਣ ਵਾਲਾ ਕਰਤਾ ਹੈਗਾ ਉਹ, ਤੇ ਉਹਦੀ ਤਾਂ ਲਿਮਿਟ ਹੀ ਨਹੀਂ ਹੈਗੀ ਨਾ, ਉਹ ਤਾਂ ਲਿਮਿਟਲੈਸ ਹੈਗਾ। ਅੱਛਾ ਆਪਾਂ ਕੁਐਸਚਨ ਮਾਰਕ ਵੀਰ ਜੀ, ਕੁਐਸਚਨ ਮਾਰਕ ਤਾਂ ਆਪਾਂ ਲਾ ਹੀ ਨਹੀਂ ਸਕਦੇ। ਹਾਂ ਨਹੀਂ ਲਾ ਸਕਦੇ, ਕੁਐਸਚਨ ਮਾਰਕ ਕਿੱਦਾਂ ਲਾ ਲਾਂਗੇ ਆਪਾਂ, ਲਾ ਹੀ ਨਹੀਂ ਸਕਦੇ। ਹਾਂ ਨਾ। ਅੱਛਾ ਆਪਾਂ ਜਿਹੜੇ ਸੀਗੇ ਹੁਣ ਜਿਹੜੇ ਹੈਗੇ, ਕਿਉਂਕਿ 6-10 ਹੋ ਗਿਆ, ਇਹ 1162 ਅੰਗ ਦੇ ਉੱਤੇ ਵਾਪਸ ਅਸੀਂ ਜਿਹੜਾ ਹੈਗਾ ਅਗਮ ਦੁਰਗਮ ਗੜ ਰਚਿਓ ਬਾਸ, ਉਹਦਾ ਜਿਹੜਾ ਹੈਗਾ ਉਹ ਬੰਦ ਲੈ ਰਹੇ ਸੀਗੇ।
ਕਾਸ ਵਰਡ ਖੁੱਲਿਆ ਸੀ। ਚੌਥਾ ਪੰਜਵਾਂ ਜਿਹੜਾ ਹੈਗਾ ਸਟੈਂਜਾ ਆਪਾਂ ਲੈ ਰਹੇ ਹਾਂ। ਅਰਧ ਉਰਧ ਮੁਖ ਲਾਗੋ ਕਾਸ, ਸੁਨ ਮੰਡਲ ਮੇ ਕਰ ਪਰਗਾਸ। ਕਹਿੰਦੇ ਕਿੱਥੇ ਲਾ ਰਿਹਾ ਤੂੰ ਜਿਹੜਾ ਹੈਗਾ ਮਾਇਆ ਦੇ ਵਿੱਚ ਜਿਹੜਾ ਹੈਗਾ ਇਹ ਅਰਧ ਉਰਧ ਜਿਹੜਾ ਹੈਗਾ ਧਰਤ ਔਰ ਆਕਾਸ਼ ਜਿਹੜਾ ਹੈਗਾ ਇਹ ਜੋ ਮਾਲਕ ਪਰਮਾਤਮਾ ਨੇ ਮਾਇਆ ਬਣਾਈ ਹੋਈ ਹੈ, ਆਕਾਰ ਬਣਾਇਆ ਹੋਇਆ, ਇਹਦੇ ਨਾਲ ਕਿਉਂ ਮੂੰਹ ਲਾ ਰਿਹਾ? ਕਿਉਂ ਇਹਦੀ ਤੇਰੀ ਡਿਮਾਂਡ ਆਹੀ ਰਹਿੰਦੀ ਹਰ ਟਾਈਮ? ਕਿਉਂ ਨਹੀਂ ਉਹ ਮਾਲਕ ਪਰਮਾਤਮਾ ਦੀ ਸੁਨ ਮੰਡਲ ਦੇ ਵਿੱਚ ਕਿਉਂ ਨਹੀਂ ਜਾਂਦਾ? ਉਹ ਡਿਮਾਂਡ ਕਿਉਂ ਨਹੀਂ ਕਰਦਾ? ਉਹ ਤੇਰੇ ਅੰਦਰ ਕਿਉਂ ਨਹੀਂ ਪੁਕਾਰ ਉੱਠਦੀ? ਸੁਨ ਮੰਡਲ ਮੇ ਕਰ ਪਰਗਾਸ, ਉੱਥੇ ਪਹੁੰਚ ਕੇ ਆ ਕਾਰਵਾਈ ਕਰ ਪਿਆਰਿਆ, ਆਪਣੇ ਅੰਦਰ ਆਪਣੀ ਆਤਮਾ ਤੱਕ ਪਹੁੰਚ। ਵਹਾਂ ਸੂਰਜ ਨਾਹੀ ਚੰਦ, ਉੱਥੇ ਕੋਈ ਆਕਾਰ ਨਹੀਂ ਹੈਗਾ, ਕੋਈ ਆਕਾਰ ਨਹੀਂ ਹੈਗਾ। ਆਦ ਨਿਰੰਜਨ ਕਰੇ ਆਨੰਦ, ਉੱਥੇ ਤਾਂ ਆਦ ਨਿਰੰਜਨ ਮਾਲਕ ਪਰਮਾਤਮਾ ਹੈਗਾ। ਉਹੀ ਆਨੰਦ ਕਿਹੜਾ? ਉਹੀ ਹੈ ਮਾਲਕ ਪਰਮਾਤਮਾ। ਸੋ ਬ੍ਰਹਮੰਡ ਪਿੰਡ ਸੋ ਜਾਣ, ਜੋ ਬ੍ਰਹਮੰਡ ਦੇ ਵਿੱਚ ਹੈਗਾ ਉਹ ਮਾਲਕ ਪਰਮਾਤਮਾ ਉਹੀ ਤੇਰੇ ਅੰਦਰ ਹੈਗਾ ਭਾਈ। ਮਾਨ ਸਰੋਵਰ ਕਰ ਇਸ਼ਨਾਨ, ਆਹ ਜਿਹੜਾ ਹੈਗਾ ਨਾਮ ਦਾ ਸਰੋਵਰ ਆ, ਮਾਨ ਸਰੋਵਰ ਆ, ਮੋਤੀ ਇਹਦੇ ਵਿੱਚ ਜਿਹੜੇ ਆ ਮੋਤੀ ਮਿਲਣੇ ਆ ਪਿਆਰਿਆ। ਇਹਦੇ ਵਿੱਚ ਗੁਣ ਹੀ ਗੁਣ ਮਾਲਕ ਪਰਮਾਤਮਾ ਦੇ, ਸਾਰੇ ਗੁਣ ਤੇਰੇ ਅੰਦਰ ਆ ਜਾਣਗੇ, ਅਵਗੁਣ ਚਲੇ ਜਾਣਗੇ, ਖਰਾ ਸੋਨਾ ਹੋ ਜਾਏਗਾ ਪਿਆਰਿਆ, ਮਾਲਕ ਹੀ ਰਹਿ ਜਾਊਗਾ। ਸੋ ਬ੍ਰਹਮੰਡ ਪਿੰਡ ਸੋ ਜਾਨ, ਮਾਨ ਸਰੋਵਰ ਕਰ ਇਸ਼ਨਾਨ, ਸੋ ਹੰਗ ਸੋ ਜਾਕੋ ਹੈ ਜਾਪ। ਸੋ ਹੰਗ, ਜੋ ਉਹ ਮਾਲਕ ਪਰਮਾਤਮਾ ਹੈਗਾ ਉਹੀ ਤੂੰ ਹੈਗਾ ਭਾਈ। ਸੋ ਹੰਗ ਸੋ ਜਾਕੋ ਹੈ ਜਾਪ, ਜਿਹਦਾ ਜਪ ਰਿਹਾ ਹੈ ਨਾਮ, ਜਿਹਨੂੰ ਜਪ ਰਿਹਾ ਆ ਉਹੀ ਹੋ ਜਾਏਗਾ, ਉਹੀ ਰਹਿ ਜਾਏਗਾ, ਉਹੀ ਬਣ ਜਾਏਗਾ। ਸੋ ਹੰਗ ਸੋ ਜਾਕੋ ਹੈ ਜਾਪ, ਜਾਕੋ ਲਿਪਤ ਨਾ ਹੋਏ ਪੁੰਨ ਔਰ ਪਾਪ। ਫਿਰ ਪੁੰਨ ਜੋ ਵੀ ਐਕਸ਼ਨ ਕਰੇਗਾ, ਜੋ ਕੁਛ ਵੀ ਦੁਨੀਆ ਦੇ ਵਿੱਚ ਅਭਿਆਸੀ ਹਾਲੇ ਵੀ ਬ੍ਰਹਮ ਗਿਆਨ ਪ੍ਰਾਪਤ ਹੋਣ ਤੋਂ ਬਾਅਦ, ਲਿਵ ਯਾਤਰਾ ਪੂਰੀ ਹੋਣ ਦੇ ਬਾਅਦ ਵੀ ਦੁਨੀਆ 'ਚ ਰਹਿੰਦੇ ਆ, ਉਹਨਾਂ ਦੀ ਉਮਰ ਹੁੰਦੀ ਆ, ਜੋ ਵੀ ਕਰਮ ਕਰਦੇ ਆ ਉਹ ਜਿਹੜਾ ਹੈਗਾ ਪੁੰਨ ਪਾਪ ਤੋਂ ਪਰੇ ਹੁੰਦੇ। ਸੋਹੰਗ ਸੋ ਜਾਕੋ ਹੈ ਜਾਪ, ਜਾਕੋ ਲਿਪਤ ਨਾ ਹੋਏ ਪੁੰਨ ਔਰ ਪਾਪ। ਅਵਰਨ ਵਰਨ ਕਾਮ ਨਹੀਂ ਛਾਮ, ਉਹਨੂੰ ਜਿਹੜਾ ਹੈਗਾ ਕੋਈ ਉੱਚਾ ਨੀਵਾਂ, ਅਵਰਨ ਵਰਨ ਜਿਹੜਾ ਹੈਗਾ ਚੰਗਾ ਮੰਦਾ, ਕੋਈ ਇਸ ਤਰ੍ਹਾਂ ਦੀ ਜਿਹੜੀ ਹੈਗੀ ਨਾ ਧੁੱਪ ਨਾ ਛਾਂ, ਇਹ ਜਿਹੜੀ ਦੁੱਖ ਸੁੱਖ ਕੁਛ ਨਹੀਂ ਹੈ, ਇਹਦੇ ਵਿੱਚ ਨਹੀਂ ਫਸਦਾ। ਅਵਰ ਨਾ ਪਾਈਏ ਗੁਰ ਕੀ ਸਾਮ, ਆਹ ਅਵਸਥਾ ਹੋਰ ਕਿਸੇ ਤਰੀਕੇ ਦੇ ਨਾਲ ਕਿਸੇ ਕੋਲੋਂ ਨਹੀਂ ਮਿਲ ਸਕਦੀ ਗੁਰੂ ਦੀ ਸ਼ਰਨ ਪਏ ਤੋਂ ਬਗੈਰ। ਟਾਰ ਹੀ ਨਾ ਟਰੈ ਆਵਾ ਨਾ ਜਾਏ। ਇਹ ਇੱਕ ਵਾਰੀ ਇਸ ਅਵਸਥਾ 'ਤੇ ਇਸ ਸੁੰਨ ਗੁਫਾ ਦੇ ਵਿੱਚ ਆਸਣ ਲਗਾ ਲਿਆ ਅਤੇ ਭਾਈ ਇਹ ਇੱਕ ਵਾਰੀ ਵਿਚਾਰ ਮੰਡਲ ਕ੍ਰਾਸ ਕਰ ਲਿਆ ਅਤੇ ਫਿਰ ਇਹ ਜਿਹੜੀ ਹੈਗੀ ਆ ਨਹੀਂ ਜਿਹੜੀ ਜਾਂਦੀ, ਇਹ ਅਵਸਥਾ ਆ ਗਈ ਇੱਕ ਵਾਰੀ ਅਤੇ ਨਹੀਂ ਟਲਦੀ। ਫਿਰ ਟਾਰ ਹੀ ਨਾ ਟਰੈ, ਕੋਈ ਵੀ ਇਹਨੂੰ ਨਹੀਂ ਹਟਾ ਸਕਦਾ। ਫਿਰ ਉਹ ਜਿਹੜਾ ਹੈਗਾ ਨਹੀਂ ਆਉਂਦਾ ਭਾਈ ਜੂਨਾਂ ਦੇ ਵਿੱਚ, ਔਰ ਉਹਦਾ ਮਨ ਜਿਹੜਾ ਹੈਗਾ ਇੱਕ ਸਟੇਸ਼ਨਰੀ ਹੋ ਜਾਂਦਾ ਹੈ, ਵਿਚਾਰ ਨਹੀਂ ਰਹਿੰਦੇ। ਸੁੰਨ ਸਹਿਜ ਮੇ ਰਹੋ ਸਮਾਏ, ਸਹਿਜ ਅਵਸਥਾ ਦੇ ਵਿੱਚ, ਸੁੰਨ ਦੇ ਵਿੱਚ, ਮਾਲਕ ਪਰਮਾਤਮਾ ਦੇ ਵਿੱਚ ਹਮੇਸ਼ਾ ਸਮਾਇਆ ਰਹਿੰਦਾ ਹੈ। ਮਨ ਮਦੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਇਹ ਸਾਰੀ ਅਵਸਥਾ ਮਨ ਦੇ ਵਿੱਚ ਹੀ ਆਉਣੀ ਆ। ਮਨ ਮਦੈ ਜਾਣੇ ਜੇ ਕੋਏ, ਜੇ ਕੋਈ ਇਸ ਨੂੰ ਸਮਝ ਲੈ, ਇਸ ਗੱਲ ਨੂੰ ਆਪਣੇ ਮਨ ਦੇ ਵਿੱਚ, ਜਿੱਥੇ ਮਾਇਆ ਨੂੰ ਇਹਨੇ ਜਿਹੜਾ ਹੈਗਾ ਜਾਣਿਆ ਹੋਇਆ ਆ, ਮਾਇਆ ਨੂੰ ਬਿਠਾਇਆ ਹੋਇਆ ਆ, ਜੇ ਕਿਤੇ ਉਸ ਜਗ੍ਹਾ 'ਤੇ ਇਹਨੂੰ ਬਿਠਾ ਲਏਗਾ ਭਾਈ, ਉਹ ਕੋਈ ਟਾਵਾਂ। ਮਨ ਮਦੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਕਹਿੰਦੇ ਜੋ ਵੀ ਬੋਲ ਰਿਹਾ ਆ ਉਹ ਮਾਲਕ ਪਰਮਾਤਮਾ ਦਾ ਰੂਪ ਹੀ ਹੈ, ਉਹ ਮਾਲਕ ਪਰਮਾਤਮਾ ਦੇ ਵਿੱਚ ਹੀ ਉਹ ਜਿਹੜਾ ਹੈਗਾ ਉਹੀ ਹੋ ਜਾਂਦਾ ਹੈ। ਜਿਹਨੂੰ ਪੁਕਾਰ ਰਿਹਾ, ਜਿਹਨੂੰ ਬੋਲ ਰਿਹਾ ਹੈ, ਉਹੀ ਬਣ ਜਾਂਦਾ ਹੈ ਭਾਈ। ਮਨ ਮਦੈ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਜੋਤ ਮੰਤਰ ਮਨ ਅਸਥਿਰ ਕਰੈ, ਉਹ ਜੋਤ ਮਾਲਕ ਪਰਮਾਤਮਾ ਦੀ ਆਹ ਮੰਤਰ ਹੈਗਾ, ਆਹ ਨੁਕਤਾ ਹੈਗਾ। ਕਬੀਰ ਜੀ ਕਹਿੰਦੇ ਆ ਆਹ ਪੂਰੀ ਦੀ ਪੂਰੀ ਖੁਲਾਸਾ ਕਰਤਾ, ਆਹ ਤੈਨੂੰ ਰਸਤਾ ਦਿਖਾ ਦਿੱਤਾ, ਆਹ ਤੈਨੂੰ ਐਕਸ਼ਨ ਦੇ ਦਿੱਤੀ ਕਰਨ ਵਾਸਤੇ। ਇਸ ਤਰੀਕੇ ਦੇ ਨਾਲ ਮਨ ਨੂੰ ਖੜਾ ਕਰਨਾ ਹੈ। ਆਹ ਹੈਗੀ ਗੇਮ, ਆਹ ਹੈਗੀ ਕਾਰਵਾਈ। ਜੋਤ ਮੰਤਰ ਹੈ ਮਨ ਅਸਥਿਰ ਕਰੈ, ਕਹਿ ਕਬੀਰ ਸੋ ਪ੍ਰਾਨੀ ਤਰੈ।
ਉਹ ਇਨਸਾਨ ਉਹ ਸੰਸਾਰ ਸਮੁੰਦਰ ਤੋਂ ਪਾਰ ਨਿਕਲ ਜਾਂਦਾ ਹੈ, ਤਰ ਜਾਂਦਾ ਹੈ। ਹੁਣ ਆਪਾਂ ਜਿਹੜੇ ਹੈਗੇ ਉਹ ਜਿਹੜਾ ਸ਼ਬਦ सताई हो गए ਸੀਗੇ। 28ਵਾਂ ਸ਼ਬਦ ਇੱਕ ਲੈ ਲੈਂਦੇ ਆਪਾਂ। ਸੋਠ ਮਹੱਲਾ ਪੰਜਵਾਂ। ਸਿਮਰੋ ਆਪਣਾ ਸਾਈਂ। ਅੰਗ 630 31। ਆਇਆ ਸਾਈਂ ਨੂੰ ਸਿਮਰਨਾ ਪਾਏ। ਆ ਪੂਰਾ ਆਪਾਂ ਨੇ ਅੱਜ ਜਿਹੜਾ ਹੈਗਾ ਗਿਆਨ ਲਿਆ ਹੈ, ਇਹਦੇ ਵਿੱਚ ਇਹੀ ਦੱਸਿਆ ਹੈ ਭਾਈ ਆਪਣੇ ਮਾਲਕ ਪਰਮਾਤਮਾ ਨੂੰ ਕਿਵੇਂ ਸਿਮਰਨ ਕਰਨਾ ਹੈ, ਕਿਵੇਂ ਜਿਹੜਾ ਹੈਗਾ ਆਪਾਂ ਨੇ ਅਗਮ ਦੁਰਗਮ ਗੜ੍ਹ ਦੇ ਵਿੱਚ ਵਾਸਾ ਕਰਨਾ ਹੈ। ਉਹਨੂੰ ਕਹਿੰਦੀ ਹੈ ਬਾਣੀ ਸਿਮਰਨ ਕਰਨਾ। ਸਿਮਰੋ ਆਪਣਾ ਸਾਈਂ ਦਿਨ ਸਰੈਣ ਸਾਧ ਧਿਆਈ। ਦਿਨ ਰਾਤ ਕਹਿੰਦੇ ਹਮੇਸ਼ਾ ਹੀ ਮੈਂ ਐਸੇ ਧਿਆਨ ਦੇ ਵਿੱਚ ਰਵਾਂ। ਹੱਥ ਦੇ ਜਿਹਨੇ ਰਾਖੇ ਹਰ ਨਾਮ ਮਹਾਰਸ ਚਾਖੇ। ਉਹ ਮਾਲਕ ਨੇ ਇਸ ਤਰ੍ਹਾਂ ਹੱਥ ਦੇ ਕੇ ਰੱਖ ਲਿਆ ਹੈ ਭਾਈ, ਔਰ ਅੰਮ੍ਰਿਤ ਰਸ ਚਖਾ ਦਿੱਤਾ, ਮਹਾਰਸ ਚਖਾ ਦਿੱਤਾ। ਆਪਣੇ ਗੁਰੂ ਪਰ ਕੁਰਬਾਨ। ਮੈਂ ਐਸੇ ਗੁਰੂ ਤੋਂ ਕੁਰਬਾਨ ਜਾਣਾ ਹੈ, ਮੈਂ ਐਸੇ ਗੁਰੂ ਤੋਂ ਕੁਰਬਾਨ ਜਾਣਾ ਹੈ। ਨਹੀਂ ਤਾਂ ਮੈਂ ਤਾਂ ਪਤਾ ਨਹੀਂ ਕਦ ਤੱਕ ਜਿਹੜਾ ਹੈਗਾ ਇਵੇਂ ਹੀ ਭਟਕਦੇ ਰਹਿਣਾ ਸੀਗਾ। ਆਪਣੇ ਗੁਰੂ ਉੱਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਾਤੇ। ਜੀ ਹੋਏ ਮਿਹਰਬਾਨ ਰਹਾਓ। ਉਹ ਮਾਲਕ ਪਰਮਾਤਮਾ ਕਿਰਪਾਲੂ ਇਸ ਤਰ੍ਹਾਂ ਕਿਰਪਾ ਕਰ ਦਿੰਦਾ ਹੈ। ਉਹ ਦਾਤਾ ਇਸ ਤਰ੍ਹਾਂ ਦਾਤ ਦੇ ਦਿੰਦਾ ਹੈ, ਆਪਣੇ ਜੀਆਂ ਦੇ ਉੱਤੇ ਮਿਹਰਬਾਨ ਹੋ ਜਾਂਦਾ ਹੈ। ਜਿਹੜਾ ਵੀ ਜੀ ਆਹ ਡਿਮਾਂਡ ਕਰਦਾ ਹੈ, ਆਹ ਦਾਤ ਮੰਗਦਾ ਹੈ, ਮਾਲਕ ਤਾਂ ਖੁਸ਼ ਹੋ ਕੇ ਜਿਹੜਾ ਹੈਗਾ ਉਹਨੂੰ ਇਹ ਦਾਤ ਦਿੰਦਾ ਹੈ, ਕਿਉਂਕਿ ਮਾਲਕ ਨੇ ਇਹ ਖੇਡ ਜਿਹੜੀ ਹੈਗੀ ਇਹ ਪਾਈ ਇਸੇ ਦਾਤ ਦੇਣ ਵਾਸਤੇ ਹੈ। ਰਹਾਓ ਨਾਨਕ ਜਨ ਸਰਣਾਈ ਜਿਹਨੇ ਪੂਰਨ ਪੈਜ ਰਖਾਈ। ਮੈਂ ਤਾਂ ਉਸ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੈਗਾ ਜਿਸ ਨੇ ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਇਹ ਪੂਰਨ ਕਰਨ ਦੀ ਜਿਹੜੀ ਹੈ ਮਾਲਕ ਪਰਮਾਤਮਾ ਨੇ ਇਨਸਾਨ ਨੂੰ ਜਿਹੜਾ ਹੈਗਾ ਉੱਚੀ ਅਵਸਥਾ ਦੇਣ ਦੀ, ਉਹਨੂੰ ਮਾਲਕ ਨੂੰ ਇਨਸਾਨ ਨੂੰ ਇੱਜ਼ਤ ਦੇਣ ਦੀ ਜਿਹੜੀ ਹੈ ਮਾਲਕ ਨੇ ਜਿਹੜੀ ਹੈਗੀ ਗੇਮ ਇਸ ਤਰ੍ਹਾਂ ਦੀ ਬਣਾਈ ਹੋਈ ਹੈ। ਮਾਲਕ ਨੇ ਬਣਤਰ ਬਣਾਈ ਹੋਈ ਹੈ। ਉਸ ਮਾਲਕ ਦੀ ਸ਼ਰਨ ਦੇ ਵਿੱਚ ਹੈਗਾ ਮੈਂ, ਜਿਹਨੇ ਰਸਤਾ ਰੱਖਿਆ ਹੋਇਆ ਹੈ ਨਿਕਲਣ ਦਾ। ਨਾਨਕ ਜਨ ਸਰਣਾਈ, ਜਨ ਅਭਿਆਸੀ ਜਿਹੜੇ ਹੈਗੇ ਮਾਲਕ ਦੀ ਸ਼ਰਨ ਦੇ ਵਿੱਚ ਰਹਿੰਦੇ ਆ। ਉਸ ਮਾਲਕ ਦੀ ਜਿਹਨੇ ਖੇਡ ਬਣਾਈ ਹੈ, ਜਿਹਨੇ ਪੂਰਨ ਪੈਜ ਰਖਾਈ, ਉਹਨਾਂ ਦੀ ਪੂਰੀ ਇੱਜ਼ਤ ਰੱਖਦਾ ਹੈ, ਮਾਇਆ ਤੋਂ ਬਚਾ ਲੈਂਦਾ ਹੈ। ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਭਾਈ। ਸਾਰੇ ਦੇ ਸਾਰੇ ਦੁੱਖ ਮਿਟ ਜਾਂਦੇ ਆ ਔਰ ਕਹਿੰਦੇ ਹਮੇਸ਼ਾ ਵਾਸਤੇ ਜਿਹੜਾ ਹੈਗਾ ਇਹ ਭਰਾਵੋ ਸੁਖ ਮਾਣੋ। ਔਰ ਜਿਹੜਾ ਹੈਗਾ ਆਪ ਜਪੋ ਆਵਰੈ ਨਾਮ ਜਪਾਵੈ। ਜੇ ਨਾਨਕ ਧੂੜ ਮੰਗਿਆ ਤਿਸ ਗੁਰ ਸਿੱਖੀ। ਜੋ ਆਪ ਜਪੈ ਅਵਰੈ ਨਾਮ ਜਪਾਵੈ। ਆਇਆ ਭਾਈ 28 ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਖਾਸ ਵਰਡ ਨਹੀਂ ਭੁੱਲੂਗਾ ਹੁਣ ਆਪਾਂ ਨੂੰ। ਬਹੁਤ ਮਾਲਕ ਨੇ ਮਿਹਰ ਕੀਤੀ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੇ ਕਾਸ਼ ਦੇ ਥੱਲੇ ਔਂਕੜ ਲਾਇਆ ਸੀ ਉਹਨਾਂ ਨੇ। ਹਾਂ ਔਂਕੜ ਲਾਇਆ ਸੀਗਾ। ਬਸ ਇਹ ਘੁੰਮੀ ਜਾ ਰਿਹਾ ਸੀ ਮੇਰੇ ਨਾ, ਇਹ ਘੁੰਮੀ ਜਾ ਰਿਹਾ ਸੀ ਉਦਣ ਦਾ ਜਿਹੜਾ ਹੈ ਨਾ, ਇਹ ਜਾ ਹੀ ਨਹੀਂ ਰਿਹਾ ਸੀ, ਬਾਰ-ਬਾਰ ਘੁੰਮ ਰਿਹਾ ਸੀ ਬਾਰ-ਬਾਰ।
ਅਰਧ ਉਰਧ ਮੁਖ ਲਾਗੋ ਕਾਸ, ਬਾਰ-ਬਾਰ ਅੰਦਰੋਂ ਰਿਪੀਟ ਹੋਈ ਜਾ ਰਿਹਾ ਸੀਗਾ। ਵਾਹਿਗੁਰੂ।